ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਹਿ ਖਾਸੁਰ ਮਦ ਮਰਦਨੀ ਮਹਾਮੋਦ ਦਾ ਚੱਕਰ। ਜਗਦੰਬਾ ਜੈ ਜੈ ਕਰੀ ਬਕਰ ਧਰੇ ਕਰ ਚੱਕਰ। ਮਹਿ ਖਾਸੁਰ ਮਦ ਮਰਦਨੀ ਮਹਾਮੋਦ ਦਾ ਚੱਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇਖ ਜਾਣੇ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਦਮਦਮੀ ਟਕਸਾਲ ਸੱਦਰਵਾਲਾ ਵਿਖੇ ਸਤਿਗੁਰੂ ਜੀ ਦੀ ਕਿਰਪਾ ਨਾਲ ਗੁਰ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਆਓ ਗੁਰੂ ਪਿਆਰਿਓ ਕੁਝ ਸਮੇਂ ਵਾਸਤੇ ਪਾਵਨ ਕਥਾ ਸੁਣ ਕੇ ਲਾਹਾ ਖੱਟੀਏ। ਪਿਛਲੇ ਪ੍ਰਸੰਗਾਂ ਦੇ ਵਿੱਚ ਆਪ ਸੰਗਤਾਂ ਨੇ ਸਰਵਣ ਕੀਤਾ। ਸਤ ਘਰੇ ਵਾਲਾ ਜੋ ਸ਼ਾਹੂਕਾਰ ਹੈ, ਜੋ ਸਤਿਗੁਰੂ ਜੀ ਦੀ ਸ਼ਰਨ ਆਇਆ, ਗਰੀਬ ਨਵਾਜ ਜੀ ਨੂੰ ਸਾਰੀ ਆਪਣੀ ਦੁੱਖ ਦੀ ਦਾਸਤਾਨ ਦੱਸੀ ਹੈ, ਸਾਰੀ ਆਪਣੀ ਪੀੜਾ ਸੁਣਾਈ ਹੈ। ਸੁਣ ਕਰਕੇ ਸਤਿਗੁਰੂ ਗਰੀਬ ਨਵਾਜ ਜੀ ਨੇ ਪਾਵਨ ਗੁਰਬਾਣੀ ਦਾ ਸ਼ਬਦ ਉਚਾਰਿਆ। ਸ਼ਲੋਕ ਮਹੱਲਾ ਪਹਿਲਾ। ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ। ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹ ਮਿਲੈ ਸਜਾਏ। ਇਸ ਪਾਵਨ ਸ਼ਬਦ ਦੇ ਅਖੀਰ ਤੇ ਸਤਿਗੁਰੂ ਜੀ ਨੇ ਵਚਨ ਕੀਤੇ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਹੀ ਦੁਖੀ ਹੈ। ਸ਼ਾਹੂਕਾਰ, ਤੂੰ ਮਨ ਵਿੱਚ ਪਰਮੇਸ਼ਰ ਦਾ ਨਾਮ ਧਾਰਨ ਕਰ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਵੇਖ ਕਿੰਨੇ ਕਿੰਨੇ ਵੱਡੇ ਸਮਰੱਥ ਹੋਏ ਆ, ਜੋ ਦੁਨੀਆ ਤੋਂ ਰੋਂਦੇ ਗਏ ਆ। ਇਸ ਕਰਕੇ ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲਿਖੈ ਲਾਏ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕੀਤੇ ਕਿ ਜੋ ਪਰਮੇਸ਼ਰ ਦਾ ਨਾਮ ਮੰਨਦੇ ਆ, ਉਹ ਆਪਣੇ ਇਸ ਜਨਮ ਪਦਾਰਥ ਨੂੰ ਜਿੱਤ ਕੇ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੇ ਹਨ।
ਸੋ ਇਸ ਪਾਵਨ ਸ਼ਬਦ ਦਾ ਵਿਸਥਾਰ ਕਵੀ ਜੀ ਕਰ ਰਹੇ ਹਨ, ਵਿਆਖਿਆ ਕਰ ਰਹੇ ਹਨ ਕਵਿਤਾ ਦੇ ਵਿੱਚ। ਪਿੱਛੇ ਅਸੀਂ ਇਹ ਸਰਵਣ ਕੀਤਾ ਹੈ। ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਸਥਾਰ, ਪੰਕਤੀਆਂ ਦਾ ਜੋ ਵਿਸਥਾਰ ਹੈ, ਵਿਆਖਿਆ ਹੈ, ਜਿਸ ਦੇ ਵਿੱਚ ਜਿਸ ਪ੍ਰਕਾਰ ਰਾਵਣ ਸੀਤਾ ਜੀ ਨੂੰ ਚੁੱਕ ਕੇ ਲੈ ਗਿਆ, ਰਾਵਣ ਨੂੰ ਮਾਰ ਕੇ ਜਿਸ ਤਰ੍ਹਾਂ ਸੀਤਾ ਨੂੰ ਛੁਡਾ ਕੇ ਲਿਆਂਦਾ, ਉਹ ਪ੍ਰਸੰਗ ਦੇਖੋ। ਪਰ ਇਸਤਰੀ ਦੇ ਕਾਰਨ ਦਹਿਸਿਰ ਨੇ, 10 ਸਿਰਾਂ ਵਾਲੇ ਰਾਵਣ ਨੇ ਆਪਣੇ 10 ਸਿਰ ਵਢਾ ਲਏ ਔਰ ਜੋ ਸੋਨੇ ਦੀ ਲੰਕਾ ਸੀ ਉਹ ਗਵਾ ਲਈ। ਇਸ ਤਰ੍ਹਾਂ ਹੋਰ ਜੋ ਪ੍ਰਕਰਣ ਹੈ ਅੱਗੇ ਜਿਵੇਂ ਆ ਰਿਹਾ ਹੈ, ਪਾਂਡਵਾਂ ਦੀ ਕਥਾ ਹੈ। ਰੋਵੈ ਪਾਂਡਵ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ। ਪਾਂਡਵਾਂ ਨੂੰ ਵੀ ਰੋਣਾ ਪਿਆ ਮਜ਼ਦੂਰ ਬਣ ਕੇ, ਜਦੋਂ ਜੂਏ ਵਿੱਚ ਹਾਰ ਗਏ ਸਨ ਆਪਣਾ ਰਾਜ ਭਾਗ ਦੇਸ਼, ਔਰ ਇੱਥੋਂ ਤੱਕ ਕਿ ਆਪਣੇ ਆਪ ਨੂੰ ਵੀ ਜੂਏ ਵਿੱਚ ਦਾਅ 'ਤੇ ਲਾ ਦਿੱਤਾ, ਔਰ ਆਪਣੀ ਘਰਵਾਲੀ ਜੋ ਦ੍ਰੋਪਦੀ ਹੈ ਉਹਨੂੰ ਵੀ ਹਰਾ ਦਿੱਤਾ। ਉਹ ਜਿਵੇਂ ਪ੍ਰਸੰਗ ਆ ਰਿਹਾ, ਆਓ ਸਰਵਣ ਕਰੀਏ। ਦੋਹਰਾ ਮਹਿਖਾਸੁਰ ਮਦ ਮਰਦਨੀ, ਮਹਾਮੋਦ ਦਾ ਛੱਕਰ। ਕਵੀ ਜੀ ਸੋ ਆਪਣੀ ਇਹ ਪਾਵਨ ਪ੍ਰਸੰਗ ਨੂੰ, ਕਥਾ ਨੂੰ ਆਰੰਭ ਕਰਨ ਤੋਂ ਪਹਿਲਾਂ, ਇਸ ਅਧਿਆਏ ਆਰੰਭ ਕਰਨ ਤੋਂ ਪਹਿਲਾਂ ਸੋ ਮੰਗਲ ਕਰਦੇ ਹਨ। ਕਹਿੰਦੇ ਮਹਿਖਾਸੁਰ, ਮਹਿਖਾਸੁਰ ਦੈਂਤ ਨੂੰ ਜੋ ਮਰਦਨੀ ਨਾਸ਼ ਕਰਨ ਵਾਲੀ ਹੈ, ਅਤੇ ਇੰਦਰ ਜੋ ਸ਼ਰਨ ਪਿਆ ਉਹਨੂੰ ਬਹੁਤਾ ਹੀ ਸੁਖ ਦੇਣ ਵਾਲੀ। ਜਗਦੰਬਾ ਜੈ ਜੈ ਕਰੀ, ਬਕਰ ਧਰੇ ਕਰ ਚੱਕਰ। ਸੋ ਜਿਸ ਨੇ ਆਪਣੇ ਹੱਥ ਵਿੱਚ ਟੇਢਾ ਚੱਕਰ ਧਾਰਨ ਕੀਤਾ ਹੈ, ਜਗਤ ਦੀ ਸ਼ਕਤੀ, ਜਗਤ ਦੀ ਜੋ ਮਾਤਾ ਹੈ, ਪਰਮੇਸ਼ਰ ਦੀ ਜੋ ਸ਼ਕਤੀ ਹੈ, ਤੈਨੂੰ ਨਮਸਕਾਰ ਹੈ। ਚੌਪਈ ਅਬ ਸੁਣ ਪਾਂਡਵ ਕੇਰ ਕਹਾਣੀ। ਸੋ ਕਵੀ ਜੀ ਹੁਣ ਲਿਖ ਰਹੇ ਹਨ, ਕਹਿੰਦੇ ਹੁਣ ਪਾਂਡਵਾਂ ਦੀ ਕਹਾਣੀ ਸੁਣਨਾ ਕਰੋ। ਜਿਨ ਟਿਗ ਰਹਿਤ ਕ੍ਰਿਸ਼ਨ ਗੁਣ ਖਾਨੀ, ਜਿਨ੍ਹਾਂ ਦੇ ਪਾਸ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਜੀ ਰਹਿੰਦੇ ਸਨ। ਸਰਬ ਦਿਸ਼ਾ ਜੀਤੀ ਇੱਕ ਬਾਰੀ, ਇੱਕ ਵਾਰ ਇਹਨਾਂ ਨੇ ਯੱਗ ਕਰਕੇ ਸਾਰੀਆਂ, ਸੋ ਪਹਿਲਾਂ ਦਿਸ਼ਾ ਨੂੰ ਜਿੱਤਣਾ ਕੀਤਾ, ਫਿਰ ਜੱਗ ਕੀਤਾ ਹੈ। ਰਾਜਸੂ ਮਖ ਕੀ ਨੌ ਭਾਰੀ, ਬੜਾ ਭਾਰੀ ਰਾਜਸੂ ਜੱਗ ਕੀਤਾ ਹੈ। ਅਮਿਤ ਪਦਾਰਥ ਘਰ ਮਹਿ ਆਏ, ਬਹੁਤ ਸਾਰੇ ਪਦਾਰਥ ਘਰ ਵਿੱਚ ਆਏ ਹਨ। ਸਭ ਦਿਸ਼ ਕੇ ਨ੍ਰਿਪ ਪਾਏ ਲਗਾਏ, ਔਰ ਚੌਹਾਂ ਦਿਸ਼ਾਂ ਦੇ ਰਾਜੇ ਇਹਨਾਂ ਨੇ ਆਪਣੇ ਅਧੀਨ ਕਰ ਲਏ। ਦੁਰਯੋਧਨ ਕੇ ਟਿਗ ਇੱਕ ਕਾਲਾ, ਔਰ ਇੱਕ ਦਿਨ ਇਹ ਦੁਰਯੋਧਨ ਦੇ ਪਾਸ ਗਏ ਹਨ। ਗਏ ਤਹਾਂ ਜਹ ਸਭਾ ਵਿਸਾਲਾ, ਜਿੱਥੇ ਦੁਰਯੋਧਨ ਨੇ ਵੱਡੀ ਭਾਰੀ ਸਭਾ ਲਾਈ ਸੀ, ਉੱਥੇ ਗਏ ਹਨ। ਬੈਠ ਜੂਪ ਤਿਨ ਸੰਗ ਮਚਾਵਾ, ਔਰ ਬੈਠ ਕਰਕੇ ਉੱਥੇ ਦੁਰਯੋਧਨ ਦੇ ਨਾਲ, ਉਹਦੇ ਮਾਮੇ ਦੇ ਨਾਲ ਇਸ ਤਰ੍ਹਾਂ ਇਹ ਯੁਵਾ ਖੇਡਣ ਲੱਗ ਪਏ। ਪ੍ਰਿਥਮ ਗਲਾਹ ਦਰਬ ਕੋ ਲਾਵਾ, ਉਸ ਵੇਲੇ ਇਹਨਾਂ ਨੇ ਪਹਿਲਾ ਜੋ ਦਾਅ ਹੈ ਉਹ ਧਨ ਦਾ ਲਾਉਣਾ ਕੀਤਾ। ਬਹੁਰ ਮਤੰਗ ਤੁਰੰਗ ਹਰਾਏ, ਜਦੋਂ ਧਨ ਹਾਰ ਗਏ ਫਿਰ ਹਾਥੀ ਘੋੜੇ ਆਦਿਕ ਦਾਅ ਤੇ ਲਾ ਕੇ ਹਾਰ ਦਿੱਤੇ। ਸਿਅੰਦਨ ਭੂਖਣ ਗ੍ਰਾਮ ਲਗਾਏ, ਇਸੇ ਤਰ੍ਹਾਂ ਰਾਤ ਗਹਿਣੇ ਤੇ ਗ੍ਰਾਮ ਨਗਰ
ਸਾਰੇ ਇਹਨਾਂ ਨੇ ਦਾਤੇ ਲਾ ਦਿੱਤੇ। ਨਗਰ ਦੇਸ਼ ਸਗਰੋ ਜਿਤਵਾਵਾ। ਇਸ ਤਰ੍ਹਾਂ ਗ੍ਰਾਮ ਤੇ ਫਿਰ ਨਗਰ ਸਾਰਾ ਦੇਸ਼ ਹੀ ਹੌਲੀ ਹੌਲੀ ਕਰਕੇ ਸਾਰਾ ਜਿਤਾ ਦਿੱਤਾ ਹੈ। ਵਿਪਨ ਜਾਵਨੋ ਪੁਨ ਠਹਿਰਾਵਾ। ਜਦੋਂ ਦੇਸ਼ ਹਾਰ ਗਏ ਫਿਰ ਜੰਗਲ ਵਿੱਚ ਜਾਣਾ ਇਹ ਮੰਨ ਲਿਆ ਹੈ। ਦ੍ਰੁਪਦ ਸੁਤਾ ਜਬ ਹੀ ਦਿਹਾਰੀ। ਇਸ ਤਰ੍ਹਾਂ 12 ਸਾਲ ਦਾ ਬਨਵਾਸ ਤੇ 1 ਸਾਲ ਅਗਿਆਤਵਾਸ ਮੰਨ ਕਰਕੇ ਇਹ ਹਾਰ ਗਏ। ਔਰ ਫਿਰ ਦ੍ਰੁਪਦ ਰਾਜੇ ਦੀ ਜੋ ਲੜਕੀ ਹੈ ਭਾਵ ਦ੍ਰੋਪਦੀ ਉਹਨੂੰ ਵੀ ਜੂਏ ਵਿੱਚ ਹਾਰ ਦਿੱਤਾ। ਮੰਦ ਮਤੀ ਹਰਖੇ ਉਰ ਭਾਰੀ। ਜਦੋਂ ਪਾਂਡਵਾਂ ਨੂੰ ਜੂਏ 'ਚ ਹਰਾ ਕੇ ਸਾਰਾ ਕੁਝ ਜਿੱਤ ਲਿਆ, ਦੁਰਯੋਧਨ ਤੇ ਇਹਦੇ ਸਾਥੀ ਜੋ ਮੰਦਮਤੀ ਵਾਲੇ ਆ ਬਹੁਤ ਖੁਸ਼ ਹੋਏ ਹਨ। ਰਿਤ ਯੁਤ ਹੁਤੀ ਕੇਸ ਗਹਿਆਨੀ। ਉਸ ਵੇਲੇ ਕਹਿੰਦੇ ਇਹ ਮਹੀਨਾ ਵਾਲੇ ਮਹੀਨਾ ਆਇਆ ਸੀ। ਇਸ ਪ੍ਰਕਾਰ ਦੇ ਨਾਲ ਉਹ ਜੋ ਕੇਸੀ ਇਸ਼ਨਾਨ ਕਰਕੇ ਬੈਠੀ ਸੀ, ਕੇਸਾਂ ਤੋਂ ਪਕੜ ਕਰਕੇ ਲੈ ਆਂਦੀ ਹੈ। ਕਿਨਹੋ ਸ਼ੁਰਾਵਨ ਕੀ ਨਾ ਬਖਾਨੀ। ਸੋ ਇਸ ਤਰ੍ਹਾਂ ਗੁਰੂ ਕੇ ਪਿਆਰਿਓ ਜਦੋਂ ਪਕੜ ਕੇ ਲਿਆਂਦੀ ਕਿਸੇ ਨੇ ਵੀ ਛਡਾਉਣ ਵਾਸਤੇ ਨਹੀਂ ਕਿਹਾ। ਠਾਂਡੀ ਕਰਕੇ ਸਭਾ ਮਝਾਰੀ। ਸਾਰਿਆਂ ਦੇ ਵਿੱਚ ਇਹਨੂੰ ਖੜੀ ਕਰਕੇ ਸਭਾ ਦੇ ਵਿੱਚ ਕਹਿਣ ਲੱਗੇ ਦੇਹੁ ਚੀਰ ਉਤਾਰੀ। ਔਰ ਇਹ ਮੰਦੀ ਮੱਤ ਵਾਲੇ ਕਹਿਣ ਲੱਗੇ ਕਿ ਇਹਦੇ ਬਸਤਰ ਉਤਾਰ ਦਿਓ। ਲਗੇ ਉਤਾਰਨ ਰਹਿ ਗਏ ਹਾਰੀ। ਹੁਣ ਇਹ ਬਸਤਰ ਉਤਾਰਦੇ ਆ ਪਰ ਉਹ ਜੋ ਭਾਵ ਭਗਤੀ ਵਾਲੀ ਹੋਣ ਕਰਕੇ ਦ੍ਰੋਪਦੀ ਉਹਦੀ ਲਾਜ ਪਰਮੇਸ਼ਰ ਨੇ ਰੱਖੀ। ਇਹ ਬਸਤਰ ਉਤਾਰਦੇ ਹੋਏ ਸਾੜੀ ਉਤਾਰਦੇ ਹੋਏ ਹਾਰ ਗਏ ਹਨ। ਲਖੇ ਨਾ ਸਾਰੀ ਕੀ ਜਨ ਨਾਰੀ। ਔਰ ਇੰਨਾ ਢੇਰ ਲੱਗ ਗਿਆ ਸਾੜੀਆਂ ਦਾ ਕਿ ਮਾਨੋ ਕਿ ਸਾਰੀ ਹੂ ਕੀ ਨਾਰੀ ਹੈ ਕਿ ਨਾਰੀ ਹੂ ਕੀ ਸਾਰੀ ਹੈ, ਕੋਈ ਪਤਾ ਨਹੀਂ ਲੱਗਦਾ। ਸਭਾ ਵਿਖੇ ਅੰਬਰ ਅੰਬਾਰੂ। ਇਸ ਸਭਾ ਦੇ ਵਿੱਚ ਬਸਤਰਾਂ ਦਾ ਵੱਡਾ ਭਾਰੀ ਢੇਰ ਲੱਗ ਗਿਆ ਹੈ। ਲਗਿਓ ਮਹਾਨਹਿ ਪਾਇਤ ਪਾਰੂ। ਸੋ ਉਹਦਾ ਕੋਈ ਪਾਰ ਨਹੀਂ ਪਾਇਆ ਜਾਂਦਾ, ਭਾਵ ਬਹੁਤ ਵੱਡਾ ਢੇਰ ਲੱਗ ਗਿਆ। ਦੁੱਤੇ ਦਿਸ਼ਾ ਕੇ ਨਰ ਨਾ ਦਿਸਾਈ। ਹੁਣ ਇੰਨਾ ਵੱਡਾ ਢੇਰ ਹੈ ਕਿ ਦੂਜੇ ਪਾਸੇ ਸਭਾ ਦੇ ਬੈਠੇ ਮਨੁੱਖ ਨਹੀਂ ਦਿਸਦੇ ਹਨ। ਅਸ ਰਖਿਆ ਕੀਨੀ ਜਗ ਸਾਈ। ਇਸ ਤਰ੍ਹਾਂ ਜਗਤ ਦੇ ਮਾਲਕ ਪਰਮੇਸ਼ਰ ਨੇ ਇਸ ਦ੍ਰੋਪਦੀ ਦੀ ਰੱਖਿਆ ਕੀਤੀ। ਬਹੁਰੋ ਗਮਨੇ ਵਿਪਨ ਮਝਾਰਾ। ਫਿਰ ਗੁਰੂ ਕੇ ਪਿਆਰੋ ਜੰਗਲ ਦੇ ਵਿੱਚ ਚਲੇ ਗਏ। ਰਹੇ ਤਹਾ ਸਹਿ ਕਸ਼ਟ ਅਪਾਰਾ। ਉੱਥੇ ਰਹਿ ਕਰਕੇ ਬਹੁਤ ਭਾਰੀ ਦੁੱਖ ਪ੍ਰਾਪਤ ਕੀਤੇ ਹਨ। ਦਵਾਦਸ਼ ਸੰਮਤ ਫਿਰਤ ਬਿਤਾਏ। ਇਸ ਤਰ੍ਹਾਂ 12 ਸਾਲ ਜੰਗਲ ਵਿੱਚ ਵਿਚਰਦਿਆਂ ਬਤੀਤ ਕੀਤੇ ਆ। ਤ੍ਰੋਦਸਵੇਂ ਦੁਰ ਨੋ ਠਹਿਰਾਏ। ਔਰ 13ਵਾਂ ਸਾਲ ਇਹਨਾਂ ਨੇ ਲੁਕ ਕੇ ਗੁਜ਼ਾਰਨਾ ਸੀ ਨਾ ਅਗਿਆਤਵਾਸ, ਉਹ ਜੋ ਰੱਖਿਆ ਸੀ। ਉਤੋ ਬਰਾਠ ਮਦਰ ਅਵਨੀਪਾ। ਮਦਰ ਦੇਸ਼ ਦਾ ਜੋ ਰਾਜਾ ਵਿਰਾਟ ਸੀ ਪਹੁੰਚੇ ਤਿਹ ਕੇ ਜਾਏ ਸਮੀਪਾ। ਸੋ ਵਿਰਾਟ ਰਾਜੇ ਦੇ ਪਾਸ ਪਹੁੰਚੇ ਹਨ। ਧਰਮਜ ਚੌਪਰ ਕੇ ਰਖਿੜਾਵਾ। ਉਸ ਵੇਲੇ ਇਹ ਜੋ ਰਾਜਾ ਹੈ ਜੋ ਧਰਮਜ ਕਹੀਏ ਯੁਧਿਸ਼ਟਰ ਹੈ, ਯੁਧਿਸ਼ਟਰ ਚੌਪੜ ਦਾ ਖਿਡਾਵਾ ਬਣ ਗਿਆ। ਕੇਕ ਨਾਮ ਆਪਣੋ ਤਰਵਾਵਾ। ਔਰ ਕੰਕ ਨਾਮ ਆਪਣਾ ਨੇ ਰਖਾਇਆ ਹੈ। ਭੀਮ ਰਸੋਈਆ ਬੱਲਭ ਨਾਮੂ। ਭੀਮ ਰਸੋਈਆ ਬਣ ਗਿਆ ਤੇ ਇਸ ਨੇ ਬੱਲਭ ਨਾਮ ਆਪਣਾ ਰਖਾਇਆ ਹੈ। ਭੋਜਨ ਕਰਨ ਕੀਣ ਸਭ ਕਾਮੂ। ਸੋ ਇਸ ਨੇ ਰਸੋਈ ਦਾ ਤਿਆਰ ਕਰਨਾ, ਭੋਜਨ ਤਿਆਰ ਕਰਨ ਦਾ ਕੰਮ ਸੰਭਿਆ ਹੈ। ਸ਼ਸਤਰ ਅਸਤਰ ਧਰ ਬਾਹਰ ਸਭ ਹੀ। ਸਾਰੇ ਸ਼ਸਤਰ ਅਸਤਰ ਬਾਹਰ ਹੀ ਰੱਖਾਏ ਸਨ। ਭਾ ਬਿਹੰਡੜਾ ਅਰਜਨ ਤਬ ਹੀ। ਔਰ ਅਰਜਨ ਜਿਹੜਾ ਹੈ ਨਾ ਇਹ ਹੀਜੜਾ ਬਣ ਗਿਆ। ਉਤਰਾ ਹੁਤੀ ਬਰਾਠ ਕੁਮਾਰੀ। ਸੋ ਰਾਜੇ ਦੀ ਰਾਜਕੁਮਾਰੀ ਉਤਰਾ ਸੀ। ਲਗਿਓ ਸਿਖਾਵਨ ਤਿਹ ਨਿਰਤਕਾਰੀ। ਉਸ ਨੂੰ ਨਿਰਤਕਾਰੀ ਸਿਖਾਉਣ ਲੱਗ ਪਿਆ ਅਰਜਨ। ਬਾਜਪਾਲ ਕੋ ਬੇਖ ਬਨਾਈ। ਔਰ ਜੋ ਚੌਥਾ ਹੈ ਉਸ ਨੇ
ਘੋੜਿਆਂ ਦੇ ਪਾਲਣ ਵਾਲਾ ਜੋ ਹੈ ਆਪਣਾ ਭੇਸ ਬਣਾ ਲਿਆ ਹੈ। ਰਹਿਓ ਨਕੁਲ ਨ੍ਰਿਪ ਕੇ ਟਿਕ ਜਾਈ। ਅਸਵਪਾਲ ਬਣ ਕੇ ਤੇ ਇਹ ਨਕੁਲ ਰਾਜੇ ਦੇ ਪਾਸ ਜਾ ਰਿਹਾ। ਭਾ ਗੋਪਾਲ ਤਬਹਿ ਸਹਦੇਵਾ। ਔਰ ਪੰਜਵਾਂ ਜਿਹੜਾ ਹੈ ਨਾ ਸਹਦੇਵ, ਇਹ ਗਊਆਂ ਨੂੰ ਪਾਲਣ ਵਾਲਾ ਸੋ ਬਣ ਗਿਆ ਹੈ ਗੁੱਜਰ। ਦੁਰ ਕੈ ਰਹੇ ਨਾ ਕੋ ਲਖ ਭੇਵਾ। ਗੋਪਾਲਾ ਬਣ ਕੇ ਗੁਰੂ ਕੇ ਪਿਆਰਿਓ ਇਸ ਤਰ੍ਹਾਂ ਇਹ ਰਾਜੇ ਦੇ ਪਾਸ ਰਿਹਾ ਹੈ। ਸੋ ਇਸ ਪ੍ਰਕਾਰ ਲੋਕ ਕਰਕੇ ਸਾਰੇ ਰਹੇ ਹਨ। ਸੋ ਕਿਸੇ ਨੇ ਵੀ ਆਪਣਾ ਭੇਦ ਨਾ ਦੱਸਿਆ। ਦੋਹਰਾ ਦ੍ਰੁਪਦ ਸੁਤਾ ਹੋਏ ਸਿਅੰਦਰੀ। ਨ੍ਰਿਪਤ ਨਾਰ ਟਿਕ ਜਾਏ। ਇਹ ਜੋ ਦ੍ਰੋਪਦੀ ਹੈ ਇਹ ਦਾਸੀ ਬਣ ਕੇ ਤੇ ਰਾਜੇ ਦੀ ਘਰਵਾਲੀ ਦੇ ਪਾਸ, ਰਾਣੀ ਦੇ ਪਾਸ ਗਈ ਹੈ। ਸੇਵ ਕਰਨ ਪਰ ਸੋ ਰਹੀ। ਜਿਹ ਤਨ ਰੁਚਰ ਸੁਹਾਏ। ਸੋ ਉਹ ਸੇਵਾ ਕਰਨ ਵਾਸਤੇ ਰਾਣੀ ਦੀ ਦਾਸੀ ਬਣ ਕੇ ਰਹੀ ਹੈ, ਜਿਹਦਾ ਸੁੰਦਰ ਬੜਾ ਸਰੂਪ ਹੈ। ਚੌਪਈ ਨਾਗਣ ਸਮ ਲਟਕੀ ਲਟ ਜਾਂਕੀ। ਸੋ ਇਹ ਜੋ ਹੈ ਸਾਰੇ ਸਰੂਪ ਦਾ ਕਵੀ ਜੀ ਨੇ ਵਰਣਨ ਕੀਤਾ ਹੈ, ਸੁੰਦਰਤਾ ਵਰਣਨ ਕੀਤੀ ਹੈ। ਸੋ 14 ਤੋਂ ਲੈ ਕੇ 17 ਤੱਕ ਇਸੇ ਤਰ੍ਹਾਂ ਪੜ੍ਹ ਦਿਓ। ਨਾਗਣ ਸਮ ਲਟਕੀ ਲਟ ਜਾਂਕੀ। ਮਦਨ ਧਨੁਖ ਪ੍ਰਿਕਟੀ ਸੁਠ ਬਾਂਕੀ। ਕੁੰਦ ਰਦਨ ਬਦਨ ਸਸ ਰਾਂਕਾ। ਉਦਰ ਸਤਰਵਲ ਮਨੋਹਰ ਜਾਂਕਾ। ਰਾਤਰ ਤੀਕ ਹੋਇ ਜੈ ਜਿਹ ਦੁਤ ਦੇਖੀ। ਤੀਸ਼ਣ ਬਾਣ ਕਟਾਸ਼ ਬਿਸ਼ੇਖੀ। ਕੁਚਾ ਬਣੇ ਜੁਗ ਕਾਮ ਨਗਾਰੇ। ਸਭ ਜਗ ਜੀਤ ਉਲਟ ਜਨ ਡਾਰੇ। ਦੀਪ ਸ਼ਿਖਾਸੀ ਕੋਕਲ ਬੈਨੀ। ਗਜ ਗਾਮਣ ਮ੍ਰਿਗ ਸ਼ਾਵਕ ਨੈਨੀ। ਜਮਨ ਭ੍ਰਮਰੀ ਨਾਭ ਗੰਭੀਰਾ। ਨਖਣ ਬਿਲੋਕਤ ਲਾਜਤ ਹੀਰਾ। ਦੋਹਰਾ ਬਹੁਰ ਗਰੀਬ ਕੀ ਰੁਚਰਤਾ। ਮਨਹੁ ਉਤਾਈ ਪਾਏ। ਚਿਬੁਕ ਸਿਆਮਤਾ ਰਾਹੋ ਜਨ। ਦੁਰਿਓ ਸਸੀ ਮੈਂ ਆਏ। ਚੌਪਈ ਜਿਹ ਆਗੈ ਦਾਸੀ ਬਹੁ ਹੋਵਤ। ਕਵੀ ਜੀ ਕਹਿੰਦੇ ਜਿਸ ਦੇ ਅੱਗੇ ਬਹੁਤ ਸਾਰੀਆਂ ਦਾਸੀਆਂ ਸਨ। ਸੇਵਹਿ ਕਰ ਬੰਦੇ ਮੁਖ ਜੋਵਸ। ਔਰ ਇਹਦੀਆਂ ਦਾਸੀਆਂ ਸੇਵਾ ਕਰਦੀਆਂ ਇਹਦੇ ਮੁਖ ਵੱਲ ਤੱਕਦੀਆਂ ਰਹਿੰਦੀਆਂ ਸਨ, ਕਦੋਂ ਆਗਿਆ ਹੋਵੇ ਕਰੀਏ। ਸੋ ਵਿਰਾਟ ਨ੍ਰਿਪ ਕੀ ਰਾਜਧਾਨੀ। ਉਹ ਰਾਜੇ ਵਿਰਾਟ ਦੀ ਰਾਜਧਾਨੀ ਵਿੱਚ ਬਣ ਸਿਅੰਦਰੀ ਬੇਖ ਦੁਰਾਨੀ। ਸੋ ਦਾਸੀ ਬਣ ਕੇ ਇਹਨੇ ਆਪਣਾ ਭੇਖ ਧਾਰ ਕੇ ਲੁਕੀ ਹੈ। ਰਹਿਤ ਦ੍ਰੋਪਦੀ ਬੈਨ ਉਚਾਰੇ। ਦ੍ਰੋਪਦੀ ਨੇ ਇੱਥੇ ਰਹਿੰਦਿਆਂ ਹੋਇਆਂ ਇਹ ਬਚਨ ਕਹੇ ਸਨ। ਗੰਧਰਵ ਮੋਹੇ ਪੰਚ ਰਖਵਾਰੇ। ਕਹਿਣ ਲੱਗੀ ਕਿ ਮੇਰੇ 5 ਗੰਧਰਵ ਪਤੀ ਰਾਖੇ ਹਨ। ਕਾਮ ਦ੍ਰਿਸ਼ਟ ਮੋਹ ਕੋ ਜੋ ਦੇਖੇ। ਸੋ 5 ਗੰਧਰਵ ਮੇਰੇ ਰਾਖਿਆ, ਜੋ ਵੀ ਕਾਮ ਦ੍ਰਿਸ਼ਟੀ ਨਾਲ ਮਾੜੀ ਨਿਗਾਹ ਨਾਲ ਮੇਰੇ ਵੱਲ ਤੱਕੇਗਾ। ਮ੍ਰਿਤਕ ਕਰਤ ਸੋ ਬਲੀ ਬਿਸ਼ੇਖੇ। ਉਹ ਬਹੁਤ ਹੀ ਬਲ ਵਾਲੇ ਹਨ, ਉਸੇ ਵੇਲੇ ਮਾਰ ਦੇਣਗੇ। ਸਭਨ ਸੁਨਾਏ ਦੀਨ ਅਸਬਾਨੀ। ਸਾਰਿਆਂ ਨੂੰ ਇਸ ਤਰ੍ਹਾਂ ਦ੍ਰੋਪਦੀ ਨੇ ਕਿਹਾ ਹੋਇਆ ਸੀ। ਸੇਵ ਕਰਨ ਰਾਣੀ ਕੀ ਠਾਨੀ। ਔਰ ਰਾਣੀ ਦੀ ਸੇਵਾ ਕਰਨ ਵਿੱਚ ਲੱਗੀ ਹੈ। ਕਿਤਕ ਦਿਵਸ ਜਬ ਰਹਿਤ ਬਿਤਾਏ। ਇਸ ਤਰ੍ਹਾਂ ਰਹਿੰਦਿਆਂ ਹੋਇਆ ਜਦੋਂ ਕੁਝ ਸਮਾਂ ਬਤੀਤ ਹੋਇਆ ਹੈ। ਛਪੇ ਰਹੇ ਕਿਨ ਜਾਣ ਨਾ ਪਾਏ। ਇੱਥੇ ਰਾਜੇ ਵਿਰਾਟ ਦੇ ਪਾਸ ਲੁਕੇ ਰਹੇ ਹਨ, ਕਿਸੇ ਨੇ ਜਾਣਿਆ ਨਹੀਂ। ਉਤੋਂ ਭਰਾਤ ਇੱਕ ਰਾਣੀ ਕੇਰਾ। ਰਾਣੀ ਦਾ ਉਸ ਉੱਥੇ ਇੱਕ ਭਰਾ ਸੀ। ਕ੍ਰੀਚਕ ਆਖਿਆ ਬੜੀ ਬਡੇਰਾ। ਰਾਣੀ ਦਾ ਇੱਕ ਭਰਾ ਸੀ ਜਿਸ ਦਾ ਨਾਮ ਕ੍ਰੀਚਕ ਸੀ, ਬਹੁਤ ਹੀ ਭਾਰੀ ਬਲ ਵਾਲਾ। ਸਹਿਜ ਸੁਭਾਏ ਸੁਸਾਟਿਕ ਆਵਾ। ਉਹ ਸਹਿਜ ਸੁਭਾਏ ਇੱਕ ਦਿਨ ਆਪਣੀ ਭੈਣ ਦੇ ਪਾਸ ਆਇਆ। ਦ੍ਰੁਪਦ ਸੁਤਾ ਕੋ ਬਿਖ ਬਿਰਮਾਵਾ। ਸੋ ਇਸ ਦ੍ਰੋਪਦੀ ਨੂੰ ਵੇਖ ਕਰਕੇ ਉਹਦਾ ਮਨ
ਭਰਮ ਗਿਆ ਹੈ। 10 ਸਹੰਸਰ ਗਜ ਬਲ ਜਿਸ ਮਾਹੀ। ਸੋ ਇਹਦੇ ਸਰੀਰ ਵਿੱਚ 10,000 ਹਾਥੀਆਂ ਦਾ ਕਹਿੰਦੇ ਬਲ ਸੀ। ਪ੍ਰਭਤਾ ਮਦ ਤੇ ਸੁਧ ਬੁੱਧ ਸੋ ਨਾਹੀ। ਇਹੋ ਜੀ ਪ੍ਰਭਤਾ ਹੋਣ ਕਰਕੇ, ਪ੍ਰਭਤਾ ਦੇ ਹੰਕਾਰ ਕਰਕੇ ਇਹਨੂੰ ਕੋਈ ਵੀ ਸੁਧ ਬੁੱਧ ਨਹੀਂ ਸੀ। ਲਖੇ ਬਿਲੋਚਨ ਜਬ ਰਤਨਾਰੇ। ਜਦੋਂ ਹੀ ਇਸ ਦ੍ਰੋਪਦੀ ਦਾ ਸੁੰਦਰ ਰੂਪ ਵੇਖਿਆ, ਇਹਦੇ ਸੁੰਦਰ ਨੇਤਰਾਂ ਨੂੰ ਵੇਖਿਆ ਹੈ, ਮਨ ਹੋ ਸੁਬਟ ਕਿਨ ਬਾਣ ਪ੍ਰਹਾਰੇ। ਕਵੀ ਜੀ ਕਹਿੰਦੇ ਇਸ ਕ੍ਰੀਚਕ ਦੀ ਇਹੋ ਜੀ ਹਾਲਤ ਹੋਈ ਮਾਨੋ ਕਿਸੇ ਸੂਰਮੇ ਨੇ ਸੋ 3 ਤੀਰ ਮਾਰੇ ਹੋਣ। ਮਦਨ ਉਦਦ ਹੋਇ ਮਗਨ ਅਧੀਰੂ। ਉਸ ਵੇਲੇ ਇਹ ਜੋ ਹੈ ਕਾਮ ਦੇ ਸਮੁੰਦਰ ਦੇ ਵਿੱਚ ਸੋ ਧੀਰਜ ਤੋਂ ਰਹਿਤ ਹੋ ਕੇ ਡੁੱਬ ਗਿਆ ਹੈ। ਪਹੁੰਚੇ ਕਿਉ ਵਿਵੇਕ ਜੋ ਤੀਰੂ। ਹੁਣ ਗਿਆਨ ਰੂਪੀ ਕਿਨਾਰੇ ਤੇ ਕਿਸ ਪ੍ਰਕਾਰ ਪਹੁੰਚੇ। ਕਾਇਲ ਜਿਉ ਤੇ ਛਿਨ ਤਰਫਾਵਾ। ਕਹਿੰਦੇ ਜਿਵੇਂ ਕੋਈ ਘਾਇਲ ਹੋਇਆ ਤੜਪਦਾ ਹੈ, ਇਸ ਤਰ੍ਹਾਂ ਬੜਾ ਤੜਫਿਆ ਹੈ। ਕਾਮਾ ਤੁਰ ਹੋਇ ਬਚਨ ਅਲਾਵਾ। ਸੋ ਬਹੁਤ ਹੀ ਕਾਮ ਦੇ ਅਧੀਨ ਹੋ ਕਰਕੇ ਇਹ ਕਹਿਣ ਲੱਗਾ, ਹੇ ਦਾਸੀ ਤੂੰ ਲਾਗਤ ਪਿਆਰੀ। ਹੇ ਦਾਸੀ ਤੂੰ ਮੈਨੂੰ ਬਹੁਤ ਪਿਆਰੀ ਲੱਗਦੀ ਹੈ। ਮਿਲਹੁ ਆਣ ਮੁਰ ਅੰਗ ਸੰਗਾਰੀ। ਤੂੰ ਆ ਕਰਕੇ ਮੇਰੇ ਨਾਲ ਮਿਲਣਾ ਕਰ। ਬਦਨ ਬਿਲੋਕੇ ਮਦਨ ਬਿਸਾਲਾ। ਤੇਰਾ ਚਿਹਰਾ ਵੇਖ ਕਰਕੇ ਮੇਰੇ ਬਹੁਤ ਹੀ ਮਨ ਧੀਰਜ ਤੋਂ ਰਹਿਤ ਹੋਇਆ ਹੈ। ਜਾਗਿਓ ਹਿਰਦੇ ਕੇਲ ਕਰ ਬਾਲਾ। ਸੋ ਮੇਰੇ ਨਾਲ ਆ ਕਰਕੇ ਤੂੰ ਮਿਲਣਾ ਕਰ। ਦੋਹਰਾ ਦ੍ਰੁਪਦ ਸੁਦਾ ਸੁਣ ਕਹਿਤ ਭੀ। ਇਹ ਸੁਣ ਕਰਕੇ ਇਹਦੀਆਂ ਬੰਦ ਵਾਸ਼ਨਾ ਨੂੰ ਸੁਣ ਕੇ ਦ੍ਰੋਪਦੀ ਕਹਿਣ ਲੱਗੀ, ਗੰਧਰਵ ਮਮ ਰਖਵਾਰ। ਇੱਥੇ ਮੇਰੇ ਰਾਖੇ ਗੰਧਰਵ ਹਨ। ਕਾਮ ਦਿਸ਼ਟ ਜੇ ਦੇਖਹੀ। ਜਿਹੜਾ ਵੀ ਮੇਰੇ ਵੱਲ ਮਾੜੀ ਨਿਗਾਹ ਨਾਲ ਵੇਖਦਾ ਹੈ, ਕਰਹੇ ਸੇ ਤੋਰ ਸੰਘਾਰ। ਜੇ ਤੂੰ ਮਾੜੀ ਨਿਗਾਹ ਨਾਲ ਮੇਰੇ ਵੱਲ ਵੇਖਿਆ ਤੇ ਤੇਰਾ ਸੰਘਾਰ ਕਰ ਦੇਣਗੇ, ਨਾਸ਼ ਕਰ ਦੇਣਗੇ। ਚੌਪਈ ਮਦ ਨੁਮਦ ਹੋਏ ਕਛੂ ਨਾ ਮਾਨਾ। ਪਰ ਇਹ ਜੋ ਸੀ ਸੋ ਕਾਮ ਦੇ ਨਸ਼ੇ ਦੇ ਵਿੱਚ ਸੋ ਪੂਰਾ ਹੀ ਗਲੀਚ ਹੋ ਕਰਕੇ ਇਸ ਨੇ ਕੁਝ ਵੀ ਵਿਚਾਰ ਨਹੀਂ ਕੀਤੀ। ਦੌਰਿਓ ਗਹਿਨ ਪਾਨ ਮਹਿ ਪਾਨਾ। ਸੋ ਹੰਕਾਰ ਦੇ ਵਿੱਚ ਹੋ ਕਰਕੇ ਔਰ ਕਾਮ ਅਧੀਨ ਹੋ ਕਰਕੇ ਦੌੜ ਕਰਕੇ ਹੱਥ ਫੜਨ ਲੱਗਾ। ਕਰੇ ਤਰਾਸ ਧਾਈ ਸ਼ਸ਼ ਜੈਸੇ। ਅੱਗੋਂ ਡਰ ਕਰਕੇ ਡਰ ਧਾਰ ਕੇ ਦ੍ਰੋਪਦੀ ਦੌੜੀ ਹੈ। ਰਾਹੋ ਭੀਤ ਬਾਸ ਵਟਿਗ ਤੈਸੇ। ਕਹਿੰਦੇ ਜਿਸ ਪ੍ਰਕਾਰ ਰਾਹੂ ਤੇ ਕੇਤੂ ਹੁੰਦੇ ਆ ਨਾ, ਜੋ ਚੰਦਰਮੇ ਨੂੰ ਘੇਰਦੇ ਆ, ਸੋ ਇਹਨਾਂ ਦੈਤਾਂ ਦੇ ਡਰ ਕਰਕੇ ਜਿਵੇਂ ਚੰਦਰਮਾ ਦੌੜਦਾ, ਕਹਿੰਦੇ ਇਸ ਪ੍ਰਕਾਰ ਦੇ ਨਾਲ ਦੌੜੀ ਹੈ। ਜਹ ਬਰਾਠ ਹੈ ਸਭਾ ਲਗਾਈ। ਜਿਸ ਥਾਨ ਤੇ ਰਾਜੇ ਵਿਰਾਟ ਨੇ ਸਭਾ ਲਗਾਈ ਸੀ, ਉੱਚ ਪੁਕਾਰਤ ਦੌੜਤ ਆਈ। ਦੌੜਦੀ ਹੋਈ ਉੱਚੀ ਪੁਕਾਰਦੀ ਉਹ ਸਭਾ ਦੇ ਵਿੱਚ ਆਈ ਹੈ। ਧਰਮਜ ਭੀਮ ਨੁਕਲ ਸਹਦੇਵਾ। ਉੱਥੇ ਰਾਜੇ ਦੀ ਸਭਾ ਵਿੱਚ ਸਾਰੇ ਬੈਠੇ ਸਨ, ਜੋ ਯੁਧਿਸ਼ਟਰ, ਭੀਮ, ਨੁਕਲ, ਸਹਦੇਵ, ਪਾਂਡਵੇ ਸਾਰੇ ਹੀ ਬੈਠੇ ਕਰਹਿ ਨਰਿਪਤ ਕੀ ਸੇਵਾ। ਬੈਠੇ ਹੋਏ ਰਾਜੇ ਦੀ ਸੇਵਾ ਕਰ ਰਹੇ ਸਨ। ਦ੍ਰੁਪਦ ਸੁਤਾ ਚਿਤ ਹੋਇ ਅਤ ਆਰਤ। ਇਹ ਜੋ ਦ੍ਰੋਪਦੀ ਹੈ, ਦ੍ਰੁਪਦ ਸੁਤਾ ਨਾਮ ਇਹਦਾ ਇੱਥੇ ਲਿਖਿਆ ਹੈ। ਰਾਜੇ ਦ੍ਰੋਪਦ ਦੀ ਲੜਕੀ ਹੋਣ ਕਰਕੇ ਬਹੁਤ ਹੀ ਇਹ ਦ੍ਰੋਪਦੀ ਅਧੀਨ ਹੋ ਕਰਕੇ ਗਈ ਭੂਪ ਢਿਗ ਦੁਖਤ ਪੁਕਾਰਤ। ਸੋ ਦੁਖੀ ਹੋ ਕੇ ਪੁਕਾਰਦੀ ਹੋਈ ਰਾਜੇ ਦੇ ਪਾਸ ਗਈ ਹੈ। ਸਰਬ ਲੋਕ ਅਵਲੋਕਤ ਲੋਚਨ। ਸਾਰੇ ਸਭਾ 'ਚ ਬੈਠੇ ਹੋਏ ਲੋਕ ਆਪਣੀਆਂ ਅੱਖਾਂ ਨਾਲ ਤੱਕ ਰਹੇ ਹਨ। ਕਰ ਨਾ ਸਕਿਓ ਤਿਹ ਕੋ ਮੋਚਨ। ਪਰ ਇਹਦੇ ਦੁੱਖ ਨੂੰ ਕੋਈ ਵੀ ਕੱਟ ਨਹੀਂ ਸਕਿਆ ਹੈ। ਦੋਹਰਾ ਕ੍ਰੀਚਕ ਧਾਇਓ ਸੰਗ ਤਿਹ। ਜਦੋਂ ਕ੍ਰੀਚਕ ਇਹਨੂੰ ਅੱਗੇ ਦੌੜਦੀ ਨੂੰ ਵੇਖ ਕੇ ਨਾਲ ਹੀ ਦੌੜਿਆ ਹੈ। ਬਕਰੀ ਸਭਾ ਮਝਾਰ। ਔਰ ਸਭਾ ਦੇ ਵਿੱਚ ਆ ਕੇ ਉਹਨੇ ਪਕੜ ਲਿਆ, ਕਿਸੇ ਦੀ ਵੀ ਲੱਜਾ ਨਹੀਂ ਰੱਖੀ। ਮਹਾਬਲੀ ਤਿਹ ਜਾਣ ਕੈ। ਔਰ ਸਾਰੇ ਜੋ ਸਭਾ 'ਚ ਬੈਠੇ ਸਨ
ਇਹਨੂੰ ਬਹੁਤ ਵੱਡਾ ਬਲ ਵਾਲਾ ਜਾਣ ਕੇ ਨਿਰਪਤ ਨਾ ਕੀਏ ਹਟਕਾਰ। ਰਾਜੇ ਨੇ ਵੀ ਗੁਰੂ ਕੇ ਪਿਆਰਿਓ ਇਸ ਨੂੰ ਬਹੁਤ ਬਲ ਵਾਲਾ ਜਾਣ ਕੇ ਨਹੀਂ ਰੋਕਿਆ ਹੈ। ਚੌਪਈ ਕੁੰਜਰ ਲਤਾ ਕਰਖ ਜਿਉ ਲੀਨੀ। ਕਵੀ ਜੀ ਦ੍ਰਿਸ਼ਟਾਂਤ ਦਿੰਦੇ ਆ, ਕਹਿੰਦੇ ਜਿਵੇਂ ਦਰਖਤ ਨਾਲ ਚੰਬੜੀ ਹੋਈ ਵੇਲ ਨੂੰ ਹਾਥੀ ਖਿੱਚ ਦਿੰਦਾ ਹੈ, ਇਸ ਤਰ੍ਹਾਂ ਇਹਨੂੰ ਖਿੱਚ ਕੇ ਲੈ ਗਿਆ ਹੈ। ਕਹਿ ਕੈ ਲਾਤ ਪ੍ਰਹਾਰਨ ਕੀਨੀ। ਔਰ ਖਿੱਚ ਕਰਕੇ ਜ਼ੋਰ ਦੇ ਨਾਲ ਲੱਤ ਮਾਰੀ ਹੈ। ਭੀਮ ਬਿਲੋਕਤ ਰਿਸ ਉਰ ਭਰਾ। ਜਦੋਂ ਇਹ ਕ੍ਰੀਚਕ ਨੇ ਲੱਤ ਦਾ ਵਾਰ ਕੀਤਾ, ਭੀਮ ਸੈਨ ਨੇ ਵੇਖ ਕਰਕੇ ਮਨ ਵਿੱਚ ਗੁੱਸਾ ਕੀਤਾ ਹੈ। ਅਰੁਣ ਬਿਲੋਚਨ ਆਨਨ ਕਰਾ। ਅੱਖਾਂ ਔਰ ਚਿਹਰਾ ਇਹਨੇ ਲਾਲ ਕਰ ਲਿਆ ਹੈ। ਧਰਮਜ ਵਰਜਿਓ ਨੈਣਨ ਸੈਨਾ। ਜਦੋਂ ਭੀਮ ਸੈਨ ਗੁੱਸੇ ਵਿੱਚ ਆਉਣ ਲੱਗਾ ਤੇ ਉਸੇ ਵੇਲੇ ਯੁਧਿਸ਼ਟਰ ਨੇ ਅੱਖਾਂ ਦੀ ਸੈਨਤ ਮਾਰ ਕੇ ਇਹਨੂੰ ਰੋਕ ਦਿੱਤਾ ਹੈ। ਪ੍ਰਗਟ ਹੋਣ ਡਰ ਬੋਲ ਨਾ ਬੈਨਾ। ਕਿਉਂਕਿ ਅਜੇ ਇਹਨਾਂ ਦਾ ਅਗਿਆਤਵਾਸ ਬਾਕੀ ਸੀ, ਪ੍ਰਗਟ ਹੋਣ ਦੇ ਡਰ ਤੋਂ ਰੁਕੇ ਹਨ। ਮਹਾਬਲੀ ਬੈਠੇ ਪਤ ਪਾਸੂ। ਸੋ ਮਹਾਂ ਬਲ ਵਾਲੇ, ਵੱਡੇ ਬਲ ਵਾਲੇ ਇਹਦੇ ਪਤੀ ਭਾਵੇਂ ਪਾਸ ਬੈਠੇ ਸਨ। ਤਹਿ ਤੇ ਗਹਿਲੇ ਚਲਾ ਅਵਾਸੂ। ਪਰ ਇਥੋਂ ਪਕੜ ਕਰਕੇ ਦ੍ਰੋਪਦੀ ਨੂੰ ਆਪਣੇ ਘਰ ਨੂੰ ਲੈ ਚੱਲਿਆ ਕ੍ਰੀਚਕ। ਰੋਏ ਪਾਂਡਵ ਮਿਲ ਤਿਹ ਥਾਈ। ਸੋ ਪਾਂਡਵ ਉਸ ਸਥਾਨ ਤੇ ਮਿਲ ਕਰਕੇ ਵੇਖੋ ਰੋਏ ਕਿ ਅਸੀਂ ਕਿੰਨੇ ਬਲ ਵਾਲੇ, ਸਾਡੇ ਹੁੰਦਿਆਂ ਹੀ ਸਾਡੀ ਜੋ ਘਰ ਵਾਲੀ ਹੈ ਉਹਨੂੰ ਬਗਾਨਾ ਆਦਮੀ ਪਕੜ ਕੇ ਲੈ ਗਿਆ ਹੈ। ਹੋਣਹਾਰ ਨਹਿ ਟਲੇ ਟਲਾਈ। ਸੋ ਇਸ ਪ੍ਰਕਾਰ ਨਾਲ ਹੋਣਹਾਰ ਜਿਹੜੀ ਹੈ ਇਹ ਟਲਦੀ ਨਹੀਂ ਕਿਸੇ ਦੇ ਟਾਲਿਆ। ਅਦਕ ਦੁਖੀ ਹੋਏ ਮਨ ਮਾਹੀ। ਇਹ ਵਿਚਾਰ ਕੇ ਮਨ ਵਿੱਚ ਬਹੁਤ ਦੁਖੀ ਹੋਏ ਹਨ। ਬਿਨਾ ਗਿਆਨ ਕਿਹ ਕਬ ਸੁਖ ਨਾਹੀ। ਵੇਖੋ ਗਿਆਨ ਤੋਂ ਬਿਨਾ ਕਿਸੇ ਨੂੰ ਕਦੀ ਵੀ ਸੁਖ ਨਹੀਂ ਪ੍ਰਾਪਤ ਹੋਇਆ। ਦੋਹਰਾ ਇਹ ਪ੍ਰਸੰਗ ਪੂਰਨ ਕਹੋ। ਸੁਣੋ ਸੰਤ ਇਤਿਹਾਸ। ਕਵੀ ਜੀ ਕਹਿੰਦੇ ਮੈਂ ਇਹ ਸਾਰਾ ਪ੍ਰਸੰਗ ਪੂਰਨ ਕਹਿੰਦਾ ਹਾਂ, ਸਾਰਾ ਹੀ ਵਿਸਥਾਰ ਨਾਲ ਦੱਸਦਾ, ਸੰਤੋ ਸੁਣੋ ਇਤਿਹਾਸ ਨੂੰ। ਦ੍ਰੁਪਦ ਸੁਤਾ ਦੁਖ ਆਤੁਰੀ ਕਹਿਤ ਨਿਰਪਤ ਕੇ ਪਾਸ। ਜਦੋਂ ਇਸ ਪ੍ਰਕਾਰ ਦ੍ਰੋਪਦੀ ਨੂੰ ਪਕੜ ਕੇ ਇਹ ਕ੍ਰੀਚਕ ਲੈ ਚੱਲਿਆ, ਉਸ ਵੇਲੇ ਦੁਖੀ ਹੋ ਕਰਕੇ ਉੱਚੀ ਬੋਲੀ ਹੈ। ਚੌਪਈ ਤ੍ਰਿਗ ਭੂਪਤ ਤੂੰ ਬੜੋ ਕੁਧਰਮੀ। ਕਹਿਣ ਲੱਗੀ, ਹੇ ਰਾਜਾ ਤੈਨੂੰ ਤ੍ਰਿਕਾਰ ਹੈ, ਤੂੰ ਵੱਡਾ ਕੁਧਰਮੀ ਹੈ। ਲਖੀ ਸਭਾ ਸਭ ਤੋਰ ਕੁਕਰਮੀ। ਔਰ ਤੇਰੀ ਜਿਹੜੀ ਇਹ ਸਭਾ ਹੈ ਇਹ ਸਾਰੀ ਮੈਂ ਜਾਣੀ ਹੈ ਕਿ ਇਹ ਵੀ ਖੋਟੇ ਕਰਮਾਂ ਵਾਲੀ ਹੈ। ਬਾਮੀ ਅਗੀ ਦੁਸ਼ਟ ਮਤਵਾਰੋ। ਟੇਢਾ, ਪਾਪੀ, ਦੁਸ਼ਟ ਸੁਭਾਅ ਵਾਲਾ, ਮੰਦੀ ਮਤ ਵਾਲਾ। ਤ੍ਰਿਗ ਤੁਮਹੇ ਨਹਿ ਕਰਤ ਨਿਵਾਰੋ। ਤੈਨੂੰ ਤ੍ਰਿਕਾਰ ਹੈ, ਤੂੰ ਇਹ ਨਿਵਾਰਤ ਨਹੀਂ ਕਰਦਾ, ਇਸ ਨੂੰ ਹਟਾਉਂਦਾ ਨਹੀਂ ਹੈ। ਸਭਾ ਵਿਖੇ ਬੈਸੇ ਤ੍ਰਿਗ ਤਿਨ ਕੋ। ਔਰ ਇਹਨੇ ਸੋ ਪਾਂਡਵਾਂ ਵੱਲ ਵੀ ਇਸ਼ਾਰਾ ਕੀਤਾ, ਕਹਿਣ ਲੱਗੀ ਤ੍ਰਿਕਾਰ ਹੈ ਉਹਨਾਂ ਨੂੰ ਜੋ ਬਲ ਵਾਲੇ ਸਭਾ ਵਿੱਚ ਬੈਠੇ ਹਨ। ਦੇਖੋ ਛੀਨ ਭਇਓ ਬਲ ਜਿਨ ਕੋ। ਵੇਖੋ ਇੰਨਾ ਭਾਰੀ ਬਲ ਹੁੰਦਿਆਂ ਜਿਨ੍ਹਾਂ ਦਾ ਨਾਸ਼ ਹੋ ਗਿਆ ਹੈ। ਬਹੁ ਕਬੋਲ ਬੋਲਤ ਪੀ ਬਿਹਬਲ। ਇਸ ਤਰ੍ਹਾਂ ਬਹਿਬਲ ਹੋ ਕਰਕੇ ਨੇ ਬਹੁਤ ਹੀ ਕਬੋਲ ਬੋਲੇ ਹਨ। ਚਲਿਓ ਐ ਚਲੇ ਬਲ ਕਰ ਨਿਜ ਥਲ। ਇਸੇ ਤਰ੍ਹਾਂ ਬੋਲਦੀ ਹੋਈ ਨੂੰ ਖਿੱਚ ਕੇ ਬਲ ਦੇ ਨਾਲ ਲੈ ਚੱਲਿਆ ਹੈ। ਸਰਬ ਦਿਸ਼ਣ ਤੇ ਆਸ ਚੁਕਾਈ। ਇਸ ਨੇ ਵੇਖਿਆ ਹੁਣ ਦ੍ਰੋਪਦੀ ਨੇ ਸਾਰੇ ਪਾਸਿਓਂ ਹੁਣ ਮੇਰੇ ਬਚਣ ਦੀ ਕੋਈ ਆਸ ਨਹੀਂ ਰਹੀ ਹੈ। ਛੁਟਨ ਹੇਤ ਨਿਜ ਕੀਨ ਉਪਾਈ। ਇਹਨੇ ਆਪਣੇ ਬਚਾਅ ਵਾਸਤੇ, ਛੁੱਟਣ ਵਾਸਤੇ ਇੱਕ ਯਤਨ ਕੀਤਾ ਹੈ। ਅਰਧ ਪੰਥ ਪਹੁੰਚੀ ਜਬ ਆਈ। ਜਦੋਂ ਅੱਧਾ ਰਸਤਾ ਚੱਲਦੀ ਹੋਈ ਪਹੁੰਚੀ ਹੈ, ਕ੍ਰੀਚਕ ਸੋ ਤਬ ਗਿਰਾ ਅਲਾਈ। ਉਸ ਵੇਲੇ ਕ੍ਰੀਚਕ ਨੂੰ ਕਹਿਣ ਲੱਗੀ, ਦੋਹਰਾ ਜਬ ਜਾਮਨ ਹੋਵਹਿ ਤਿਮਰ। ਮਿਲੇ ਹੋ ਤਬ ਤੁਮ ਆਏ। ਕਿ ਜਦੋਂ ਰਾਤ ਦਾ ਹਨੇਰਾ ਹੋ ਜਾਵੇਗਾ ਉਦੋਂ ਆ ਕੇ ਮੈਂ ਤੈਨੂੰ ਮਿਲਾਂਗੀ। ਤਜੀਏ ਅਬ ਮੋਹ ਕੋ ਦਿਵਸ ਨਿਜ ਸੰਕੇਤ ਬਤਾਏ। ਹੁਣ ਦਿਨ ਹੈ, ਮੈਨੂੰ ਛੱਡ ਦੇਣਾ ਕਰ, ਆਪਣਾ ਜੋ ਥਾਂ ਮਿਲਣ ਦਾ ਦੱਸ ਦੇ। ਚੌਪਈ
ਇਸ ਬਿਦ ਸੁਣ ਕ੍ਰੀਚਕ ਹਰ ਖਾਨਾ। ਇਹ ਗੱਲ ਸੁਣ ਕਰਕੇ ਕ੍ਰੀਚਕ ਕਹਿੰਦੇ ਬਹੁਤ ਖੁਸ਼ ਹੋਇਆ ਹੈ। ਬਿਗਸ ਬਦਨ ਤੇ ਬਚਨ ਬਖਾਨਾ। ਇਹ ਮੰਦੀ ਮੱਤ ਵਾਲੇ ਨੇ ਖੁਸ਼ ਹੋ ਕੇ ਕਹਿਣਾ ਕੀਤਾ, ਨਿਸਾ ਹੋਤ ਸੂਨੀ ਚਟਸਾਰੂ। ਕਹਿੰਦਾ ਕਿ ਰਾਤ ਵੇਲੇ ਜੋ ਚਾਟਸ਼ਾਲਾ ਹੈ ਨਾ, ਪਾਠਸ਼ਾਲਾ, ਉਹ ਖਾਲੀ ਹੁੰਦੀ ਹੈ। ਤਹਾਂ ਆਏ ਮਿਲ ਮੋਹਿ ਸੰਗਾਰੂ। ਉਥੇ ਆ ਕੇ ਤੂੰ ਮਿਲਣਾ ਕਰ। ਜੇ ਜਾਬਨ ਕੋ ਨਹਿ ਤੁਮ ਆਈ। ਔਰ ਨਾਲ ਇਹਨੇ ਚੇਤਾਵਨੀ ਦੇ ਦਿੱਤੀ, ਕਹਿਣ ਲੱਗਾ ਜੇਕਰ ਤੂੰ ਰਾਤ ਨੂੰ ਨਾ ਆਈ, ਭੋਰ ਭਈ ਤੇ ਲਿਉ ਗਹਾਈ। ਸਵੇਰ ਹੋਣ ਤੇ ਫੇਰ ਮੈਂ ਆ ਕੇ ਪਕੜ ਲਵਾਂਗਾ। ਛੁਟੀ ਸਿੰਘ ਤੇ ਮਿਰਗੀ ਜੈਸੇ। ਉਸ ਵੇਲੇ ਇਹ ਛੁੱਟ ਕਰਕੇ ਚੱਲੀ ਹੈ। ਗਮਣਿਓ ਸਦਨ ਬਿਖੈ ਤਜ ਤੈਸੇ। ਸੋ ਜਿਸ ਪ੍ਰਕਾਰ ਕਹਿੰਦੇ ਸ਼ੇਰ ਦੇ ਮੂੰਹ ਚੋਂ ਹਿਰਨੀ ਵਿਚਾਰੀ ਛੁੱਟੀ ਹੋਵੇ, ਇਸ ਪ੍ਰਕਾਰ ਆਪਣੇ ਘਰ ਨੂੰ ਚਲ ਗਈ ਛੱਡ ਕੇ। ਗਮਣਿਓ ਸਦਨ ਬਿਖੈ ਤਜ ਤੈਸੇ। ਇਸ ਪ੍ਰਕਾਰ ਛੱਡ ਕੇ ਚਲੀ ਗਈ। ਬਿਥਰੇ ਬਾਰ ਬਦਨ ਕੁਮਲਾਨੋ। ਸੋ ਮਾੜੀ ਹਾਲਤ ਬਣੀ ਹੈ। ਸੋ ਕੇਸ ਖਿਲਰੇ ਹਨ, ਵਾਲ ਖਿਲਰੇ ਆ, ਚਿਹਰਾ ਮੁਰਝਾਇਆ ਹੈ। ਘਿਰਿਓ ਤਮੀਪਤ ਤਮ ਨੈ ਮਾਨੋ। ਸੋ ਮਾਨੋ ਕਿ ਚੰਦਰਮੇ ਨੂੰ ਹਨੇਰੇ ਨੇ ਘੇਰਿਆ। ਇਸ ਪ੍ਰਕਾਰ ਸੂਕੇ ਅਦਰ ਸਿਥਲ ਸਭ ਅੰਗਾ। ਅੱਗੇ ਪੜ੍ਹਦੇ ਲਪਟ ਧੂਲ ਤਨ ਭਇਓ ਕੁਰੰਗਾ। ਸੋ ਕਹਿੰਦੇ ਇਸ ਤਰ੍ਹਾਂ ਬੁੱਲ ਵੀ ਸੁੱਕਿਆ, ਸਾਰੇ ਸਰੀਰ ਸੋ ਕਮਜ਼ੋਰ ਹੋਇਆ ਪਿਆ, ਸਾਰੇ ਸਰੀਰ ਤੇ ਧੂੜ ਲੱਗੀ ਹੈ। ਦੋਹਰਾ ਭੂਪ ਉਠਾ ਸਭ ਸਭਾ ਸੋ। ਹੋਤ ਭਈ ਜਬ ਰੈਣ। ਉਧਰ ਕਹਿੰਦੇ ਸਭਾ ਸਮਾਪਤ ਕਰਕੇ ਰਾਜਾ ਉੱਠਿਆ ਹੈ। ਔਰ ਬਿਸੂਰ ਪਾਂਡਵ ਗਏ ਜਹ ਜਹ ਤਿਨ ਕੇ ਐਨ। ਸੋ ਜਦੋਂ ਰਾਤ ਪਈ, ਸਭਾ ਚ ਉੱਠ ਕੇ ਪਾਂਡਵ ਵੀ ਹਿਰਦੇ ਚ ਝੂਰਦੇ ਹੋਏ ਆਪੋ ਆਪਣੇ ਜਿੱਥੇ ਜਿੱਥੇ ਇਹਨਾਂ ਦਾ ਟਿਕਾਣਾ ਸੀ ਪਹੁੰਚੇ ਹਨ। ਚੌਪਈ ਭੋਜਨ ਕਰਤ ਹੁਤੀ ਜਿਹ ਥਾਈ। ਜੇ ਸਥਾਨ ਤੇ ਭੋਜਨ ਕਰਦੀ ਸੀ, ਬੈਠਿਓ ਭੀਮ ਤਹਾਂ ਪਛਤਾਈ। ਸੋ ਉਸ ਭੋਜਨ ਕਰਨ ਦੀ ਜਗ੍ਹਾ ਤੇ ਭੀਮ ਬੜਾ ਪਛਤਾ ਕੇ ਬੈਠਾ ਹੈ। ਹੋਏ ਤਿਮਰ ਦ੍ਰੋਪਦੀ ਆਈ। ਹਨੇਰਾ ਹੋਣ ਤੋਂ ਇੱਥੇ ਦ੍ਰੋਪਦੀ ਆਈ ਹੈ। ਰੋਏ ਭੀਮ ਕੇ ਗਲ ਲਪਟਾਈ। ਸੋ ਆਪਣੇ ਪਤੀ ਭੀਮ ਦੇ ਗਲ ਲੱਗ ਕੇ ਰੋਈ ਹੈ। ਤਾਰ ਬ੍ਰਿਖ ਜਿਉ ਲਤਾ ਸੋ ਲਾਗੀ। ਅੱਗੇ ਪੜੋ। ਰੋਵਤ ਜਨ ਧੋਵਤ ਦੁਖ ਦਾਗੀ। ਕਹਿੰਦੇ ਬਹੁਤ ਰੋ ਕਰਕੇ ਇਹਨੇ ਮਾਨੋ ਆਪਣੇ ਦੁੱਖਾਂ ਦੇ ਦਾਗ ਧੋਤੇ ਹਨ। ਮੁਖ ਤੇ ਵਾਕ ਨਾ ਜਾਏ ਬਖਾਨਾ। ਮੁਖ ਤੋਂ ਕੁਝ ਕਿਹਾ ਨਹੀਂ ਜਾਂਦਾ, ਗਲ ਭਰਿਆ ਹੈ। ਗਦ ਗਦ ਗਿਰਾ ਪਰਮ ਡਰ ਮਾਨਾ। ਸੋ ਬਹੁਤਾ ਡਰ ਮੰਨ ਕੇ ਇਹਦੀ ਬਾਣੀ ਅਸਤ ਵਿਅਸਤ ਹੋਈ ਹੈ। ਧਰ ਧੀਰਜ ਪੁਨ ਬੈਣ ਉਚਾਰੇ। ਫਿਰ ਵੀ ਧੀਰਜ ਧਾਰ ਕੇ ਕਹਿਣ ਲੱਗੀ, ਪਾਂਚੋ ਪਤ ਤੁਮ ਮੋਹ ਰਖਵਾਰੇ। ਕਹਿਣ ਲੱਗੀ ਤੁਸੀਂ ਪੰਜੇ ਪਤੀ ਮੇਰੇ ਰਾਖੇ ਹੋ। ਮਹਾਸੂਰ ਅਤ ਬਲੀ ਧਨੁਰ ਧਰ। ਬਹੁਤੇ ਹੀ ਸੂਰਮੇ ਹੋ ਤੇ ਬਹੁਤ ਧਰਨ ਖਤਾਰੀ ਹੋ, ਬਲ ਵਾਲੇ। ਤੁਮ ਹੋਵਤ ਸਤ ਟਾਰਤ ਬਲ ਕਰ। ਤੁਹਾਡੇ ਹੁੰਦਿਆਂ ਹੀ ਸੋ ਮੇਰਾ ਸਤ ਬਲ ਕਰਕੇ ਟਾਲ ਦੇਣ ਲੱਗਾ ਸੀ। ਮੈਨੂੰ ਸਤ ਤੋਂ ਸੋ ਟਾਲ ਦੇਣ ਲੱਗਾ ਸੀ। ਦੋਹਰਾ ਕਹਾ ਮਿਲਨ ਸੰਕੇਤ ਕੋ। ਜਾਓ ਨਾ ਜਾਓ ਤੇ ਪਾਸ। ਕਹਿਣ ਲੱਗੀ ਮੇਰਾ ਸਤ ਭੰਗ ਕਰ ਦੇਣਾ ਸੀ, ਹੁਣ ਉਹਨੇ ਸੰਕੇਤ ਕੀਤਾ ਹੈ। ਸੋ ਮਿਲਣ ਵਾਸਤੇ ਮੈਨੂੰ ਕਿਹਾ ਹੈ, ਜਗ੍ਹਾ ਦੱਸੀ ਹੈ, ਪਰ ਜੇ ਮੈਂ ਨਾ ਗਈ। ਭੋਰ ਪਈ ਲੈ ਜਾਵਈ ਕਹਿ ਕਰੇ ਆਪਣ ਆਵਾਸ। ਸਵੇਰ ਹੋਣ ਤੇ ਫਿਰ ਉਹ ਮੈਨੂੰ ਪਕੜ ਕੇ ਲੈ ਜਾਵੇਗਾ ਆਪਣੇ ਘਰ। ਸਵਈਆ ਸੀਤਲ ਸਵਾਸ ਭਰੇ ਕਹਿ ਬੈਨ। ਇਸ ਤਰ੍ਹਾਂ ਕਹਿ ਕੇ ਠੰਡਾ ਹੁੱਕਾ ਭਰਿਆ ਹੈ। ਬਿਲੋਚਣ ਤੇ ਜਲ ਨਾ ਠਹਿਰਾਈ। ਸੋ ਅੱਖਾਂ ਚੋਂ ਕਹਿੰਦੇ ਹੰਝੂ ਵਹਿ ਰਹੇ ਆ, ਰੁਕਦੇ ਨਹੀਂ। ਚਿੰਤ ਬੜੀ ਸਰਤਾ ਮਹਿ ਬੂੰਡ। ਸੋ ਚਿੰਤਾ ਰੂਪੀ ਵੱਡੀ ਨਦੀ ਵਿੱਚ ਡੁੱਬ ਕਰਕੇ ਬੂੜ
ਡੁੱਬ ਕਰਕੇ ਉਪਾਵ ਕਰਾਰ ਕੋ ਨਹਿ ਪਾਈ। ਜਿਸ ਦਾ ਕੋਈ ਵੀ ਯਤਨ ਰੂਪੀ ਕਿਨਾਰਾ ਨਹੀਂ ਪ੍ਰਾਪਤ ਹੋ ਰਿਹਾ। ਭੀਮ ਕਹਿਓ ਤਹ ਜਾਵੋ ਮੈਂ ਉਰ। ਉਸ ਸਮੇਂ ਭੀਮ ਸੈਨ ਕਹਿਣ ਲੱਗਾ ਕਿ ਤੂੰ ਹੁਣ ਧੀਰਜ ਧਰ, ਉੱਥੇ ਮੈਂ ਜਾਵਾਂਗਾ। ਧੀਰ ਦਈ ਸਭ ਪੀਰ ਮਿਟਾਈ। ਇਸ ਤਰ੍ਹਾਂ ਇਹਦਾ ਸਾਰਾ ਦੁੱਖ ਦੂਰ ਕਰ ਦਿੱਤਾ, ਧੀਰਜ ਦਿੱਤੀ ਹੈ। ਜਾਹੇ ਸੰਕੇਤ ਕਰਾ ਤਿਸਨੈ। ਜਿੱਥੇ ਮਿਲਣ ਦਾ ਇਸ਼ਾਰਾ ਕੀਤਾ ਸੀ ਉਸਨੇ, ਸਭ ਰੀਤ ਸੋ ਮੋਹੇ ਕੋ ਦੇਹੋ ਬਤਾਈ। ਉਹ ਸਾਰੀ ਚੰਗੀ ਤਰ੍ਹਾਂ ਮੈਨੂੰ ਜਗ੍ਹਾ ਦੱਸ ਦੇ। ਦ੍ਰੋਪਦੀ ਬੈਣ ਭਣੇ ਪਤ ਸੋ। ਉਸ ਵੇਲੇ ਦ੍ਰੋਪਦੀ ਨੇ ਭੀਮ ਸੈਨ ਨੂੰ ਕਹਿਣਾ ਕੀਤਾ, ਜਟ ਸਾਰ ਵਿਖੈ ਮੋਹਿ ਤਾਹੇ ਬੁਲਾਈ। ਸੋ ਚਾੜਸ਼ਾਲਾ ਦੇ ਵਿੱਚ ਮੈਨੂੰ ਉਹਨੇ ਬੁਲਾਇਆ ਹੈ। ਤਾਂ ਸਮਝਾਏ ਭਲੀ ਬਿਦ ਸੋ। ਸਾਰਾ ਉਹਨੇ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ। ਨਿਜ ਥਾਨ ਵਿਖੈ ਚੱਲ ਕੈ ਪੁਨ ਆਈ। ਫਿਰ ਭੀਮ ਸੈਨ ਨੂੰ ਦੱਸ ਕੇ ਆਪਣੇ ਥਾਂ ਤੇ ਆ ਗਈ ਹੈ। ਭੋਜਨ ਖਾਏ ਅਗਾਏ ਕੈ ਭੀਮ। ਇਧਰ ਭੀਮ ਸੈਨ ਚੰਗੀ ਤਰ੍ਹਾਂ ਭੋਜਨ ਖਾ ਕੇ ਬਹੁਤ ਰੱਜ ਕਰਕੇ ਚਲਾ ਹਿਤ ਮਾਰਨ ਕੇ ਤਿਹ ਤਾਈ। ਸੋ ਕ੍ਰੀਚਕ ਨੂੰ ਮਾਰਨ ਵਾਸਤੇ ਚੱਲ ਪਿਆ ਹੈ, ਲੇੜ ਕਰਕੇ। ਕ੍ਰੀਚਕ ਕੀ ਬਿਰਥਾ ਸੁਣੀਏ। ਉਧਰ ਕ੍ਰੀਚਕ ਦੀ ਜੋ ਹਾਲਤ ਹੋਈ ਸੁਣੋ। ਦਿਨ ਬੀਤਤ ਨਾਹੇ ਰਹਿਓ ਅਕੁਲਾਈ। ਉਹਦਾ ਦਿਨ ਨਹੀਂ ਬਤੀਤ ਹੋ ਰਿਹਾ, ਮਨ ਵਾਸ਼ਨਾ ਦੇ ਅਧੀਨ ਹੈ, ਬੜਾ ਉਡੀਕ ਰਿਹਾ ਹੈ। ਕਬਿਤ ਚਿਤ ਬਿਖੈ ਚਿਤਵਤ ਮਿਲੈ ਕਬ ਅੰਗ ਸੰਗ। ਚਿਤ ਚ ਸੋਚਦਾ ਕਦੋਂ ਆ ਕਰਕੇ ਮਿਲੇ। ਕਰੋ ਮਨ ਭਾਇਓ ਕਬ ਦਿਵਸ ਬਿਹਾਏ ਹੈ। ਕਦੋਂ ਦਿਨ ਬਤੀਤ ਹੋਵੇ ਤੇ ਮੈਂ ਮਨ ਪਾਉਂਦਾ ਕਰਾਂ। ਮੀਣ ਸਮ ਤਰਫਤ ਕਾਮ ਸੋ ਪੀੜਤ ਅਤ। ਸੋ ਇਹ ਮਨ ਵਾਸ਼ਨਾ ਦੇ ਅਧੀਨ ਹੋਇਆ, ਕਹਿੰਦੇ ਮੱਛੀ ਵਾਂਗ ਤੜਫ ਰਿਹਾ ਹੈ। ਮੋਹ ਕੋ ਸੁਖ ਦੈਨੀ ਕਬ ਦਰਸ ਦਿਖਾਏ ਹੈ। ਕਿ ਕਦੋਂ ਆ ਕਰਕੇ ਮੈਨੂੰ ਉਹ ਸੁਖ ਦੇਣ ਵਾਲੀ ਆ ਕੇ ਦਿਸੇ। ਚੈਨ ਨਾ ਪਰਤ ਇਤ ਉਤ ਹੂੰ ਕੋ ਵਿਚਰਤ। ਇਹ ਕਾਮੀ ਕਾਮ ਦੇ ਅਧੀਨ ਹੋਇਆ, ਇਧਰ ਉਧਰ ਵਿਚਰਦਾ, ਇਹਨੂੰ ਸੁਖ ਨਹੀਂ ਆ ਰਿਹਾ। ਵਿਯੋਗ ਤੇ ਤਪਤ ਮਾਨੋ ਅਬ ਜਰ ਜਾਏ ਹੈ। ਇੰਨਾ ਇਹ ਵਿਯੋਗ ਦੇ ਨਾਲ ਕਹਿੰਦੇ ਤਪਿਆ ਹੈ ਕਿ ਮਾਨੋ ਕਿ ਜਲ ਵੀ ਜਲ ਜਾਵੇ। ਐਸੀ ਗਤ ਭਈ ਮਤ ਚਿੰਤ ਤੇ ਬਿਸਰ ਗਈ। ਇਹੋ ਜੀ ਇਹਦੀ ਹਾਲਤ ਹੋ ਗਈ ਹੈ ਕਿ ਮਤ ਸਾਰੀ ਜੋ ਹੈ ਉਹ ਚਿੱਤ ਤੋਂ ਵਿਸਰ ਗਈ ਹੈ, ਚੰਗੀ ਮਤ। ਹੋਵਤ ਪਰਦੋਖ ਕੇ ਸੋ ਉਠਿਓ ਹਰ ਖਾਏ ਹੈ। ਜਦੋਂ ਥੋੜਾ ਜਿਹਾ ਹਨੇਰਾ ਹੋਇਆ, ਉਸ ਵੇਲੇ ਖੁਸ਼ ਹੋ ਕੇ ਉੱਠਿਆ ਹੈ। ਪਾਂਦੇ ਸੰਗ ਚਟਿਆ ਲੈ ਗਏ ਨਿਜ ਧਾਮ ਜਬ। ਪਾਂਦੇ ਜੋ ਹੈ ਆਪਣੇ ਬਾਲਕਾਂ ਨੂੰ ਲੈ ਕਰਕੇ ਘਰੋਂ ਘਰੀ ਚਲੇ ਗਏ। ਆਣ ਕੈ ਪਰਯੰਕ ਸੇਤ ਸੇਜ ਕੋ ਡਸਾਇਓ ਹੈ। ਇਸ ਕ੍ਰੀਚਕ ਨੇ ਆ ਕਰਕੇ ਉਥੇ ਪਲੰਘਾ ਡਾਇਆ, ਚਿੱਟੀ ਵਿਛਾਈ ਕੀਤੀ ਹੈ। ਅਤਰ ਸੁਗੰਧ ਅੰਗ ਅੰਗ ਮੈਂ ਲਗਾਏ ਕਰ। ਔਰ ਸਾਰੇ ਆਪਣੇ ਸਰੀਰ ਤੇ ਅਤਰ ਆਦਿਕ ਸੁਗੰਧੀਆਂ ਲਾਈਆਂ ਹਨ। ਬੈਠਿਓ ਤਬ ਆਏ ਧਿਆਨ ਤਾਹੇ ਦਿਸ਼ ਲਾਇਓ ਹੈ। ਕਹਿੰਦੇ ਆ ਕੇ ਬੈਠ ਗਿਆ, ਉਧਰ ਹੀ ਧਿਆਨ ਲੱਗਾ ਇਹਦਾ। ਫੂਲ ਮਾਲ ਗਲੇ ਡਾਰ ਰੱਖੇ ਹੈ ਸਵਾਰ ਔਰ। ਸੋ ਇਸ ਤਰ੍ਹਾਂ ਬੜਾ ਸਬਰ ਕੇ ਬੈਠਾ ਹੈ। ਸੁੰਦਰ ਸਮਾਜ ਕਰ ਦੇਹ ਲਿਸ਼ਕਾਇਓ ਹੈ। ਬੜਾ ਸਰੀਰ ਨੂੰ ਲਿਸ਼ਕਾਇਆ ਹੈ। ਲਾਈ ਬਹੁ ਦੇਰ ਕਹਿੰਦੋ ਮਤ ਗਈ ਫੇਰ ਬੈਠੇ। ਸੋ ਬੈਠਾ ਵਿਚਾਰਦਾ ਹੈ ਕਿ ਉਹਨੇ ਬੜੀ ਦੇਰ ਲਾਤੀ ਜਾਂ ਮੁੱਕਰ ਗਈ ਹੈ। ਝੁਕ ਝੁਕ ਹੇਰ ਬੜੋ ਜਹਾਂ ਤਮ ਛਾਇਓ ਹੈ। ਸੋ ਵੇਖਦਾ ਹਨੇਰੇ ਵੱਲ ਠੇਠਾਂ ਨੂੰ ਹੋ ਕੇ ਝੁਕ ਝੁਕ ਕੇ। ਭੀਮ ਜਬ ਗਇਓ ਪਗ ਖਰਕਾ ਸੁਨੰਤ ਭਇਓ। ਜਦੋਂ ਭੀਮ ਸੈਨ ਗਿਆ, ਪੈਰਾਂ ਦਾ ਖੜਕਾ ਸੁਣਿਆ ਹੈ। ਜਾਨੀ ਸੁਖ ਦੈਨੀ ਅਬ ਮੇਰੇ ਟਿਗ ਆਈ ਹੈ। ਜਾਣਿਆ ਕਿ ਦ੍ਰੋਪਦੀ ਮੇਰੇ ਕੋਲ ਆ ਗਈ ਹੈ। ਹਿਰਦੈ ਹਰ ਖਾਏ ਨਿਜ ਅੰਗ ਮੈਂ ਨਾ ਮਾਏ ਅਬ। ਇਹ ਬੜਾ ਖੁਸ਼ ਹੋਇਆ, ਆਪਣੇ ਸੋ ਅੰਗਾਂ ਚ ਸਮਾਉਂਦਾ ਨਹੀਂ ਹੈ। ਕਰੋ ਕਾਮ ਕੇਲ ਮਿਲ ਭਈ ਮਨ ਭਾਈ ਹੈ। ਇਹ ਸੋਚਦਾ ਮੇਰੇ ਮਨ ਭਾਉਂਦੀ ਹੋ ਗਈ, ਹੁਣ ਮੈਂ ਖੁਸ਼ ਹੋਵਾਂਗਾ। ਗਏ ਤੇ ਸਮੀਪ ਹਾਥ ਗਹਿਨ ਚਲਾਇਓ ਹਾਥ। ਜਦੋਂ ਭੀਮ ਸੈਨ ਦੇ ਕੋਲ ਗਿਆ, ਇਹਨੇ ਹੱਥ ਪਕੜਨ ਵਾਸਤੇ ਹੱਥ ਅੱਗੇ ਕੀਤਾ ਹੈ। ਤਾਂ ਕੋ ਗਹਿ ਲੀਨੋ ਖੈਂਚ ਰਹਿਓ ਨਾ ਛੁਰਾਈ ਹੈ। ਅੱਗੋਂ ਭੀਮ ਸੈਨ ਨੇ ਇਹਦਾ ਹੱਥ ਪਕੜ ਲਿਆ, ਇਹ ਖਿੱਚਦਾ ਰਿਹਾ ਪਰ ਛੁੱਟਾ ਨਹੀਂ। ਉਠਿਓ ਤਬ ਠਾਂਡਾ ਪਇਓ ਕੌਰੀ ਵਿੱਚ ਗਹਿਓ ਲਿਓ। ਸੋ ਉੱਠਿਆ,
ਉੱਠ ਕੇ ਖੜਾ ਹੋ ਗਿਆ ਤੇ ਜੱਫਾ ਭਰ ਲਿਆ ਇਸ ਦਾ। ਸੂਰ ਪਹਿਚਾਨਿਓ ਲਗੇ ਕਰਨ ਲੜਾਈ ਹੈ। ਇਹਨੂੰ ਸਮਝ ਆ ਗਈ ਕਿ ਇਹ ਤਾਂ ਕੋਈ ਸੂਰਮਾ ਹੈ। ਫਿਰ ਲੜਾਈ ਕਰਨ ਲੱਗ ਪਏ ਹਨ। ਮੁਸ਼ਟ ਪ੍ਰਹਾਰ ਕਰੈ ਲਗੈ ਕਰੀਆਰ ਮਾਨੋ। ਇੱਕ ਦੂਜੇ ਦੇ ਮੁੱਕੇ ਮਾਰਦੇ ਆ। ਇੰਨਾ ਕਹਿੰਦੇ ਖੜਕਾ ਹੁੰਦਾ, ਮੰਨ ਲਓ ਘੜਿਆਲ ਵੱਜਦੀ ਹੈ। ਘੜਤ ਲੋਹਾਰ ਜਾਮੈ ਬਲ ਹੈ ਸਮਾਨ ਕੋ। ਕਿਉਂਕਿ ਜਾਂ ਕਹਿੰਦੇ ਲੋਹਾਰ ਲੋਹਾ ਘੜ ਰਿਹਾ, ਇਹੋ ਜਿਹਾ ਖੜਕਾ ਆਉਂਦਾ ਹੈ। ਕਿਉਂਕਿ ਦੋਨਾਂ ਦੇ ਵਿੱਚ ਬਲ ਇੱਕੋ ਜਿਹਾ। 10,000 ਹਾਥੀ ਦਾ ਬਲ ਭੀਮ ਸੈਰ ਨੂੰ ਵਰ ਸੀ ਔਰ 10,000 ਹਾਥੀ ਦੇ ਬਲ ਦਾ ਇਹਨੂੰ ਵਰ ਹੈ। ਇਸ ਕਰਕੇ ਦੋਨਾਂ ਚ ਬਲ ਇੱਕੋ ਜਿਹਾ ਹੈ। ਕਹਿੰਦੋ ਗਜ ਦੋ ਸਿੰਘ ਸ਼ਾਰਦੂਲ ਸੋਊ। ਕਵੀ ਜੀ ਕਹਿੰਦੇ ਮਾਨੋ ਦੋ ਹਾਥੀ ਭਿੜਦੇ ਹੋਣ ਜਾਂ ਦੋ ਸ਼ਾਰਦੂਲ ਜੁੱਟੇ ਹੋਣ। ਹਿਰਦੈ ਕ੍ਰੋਧ ਬਹੁ ਹੋਊ ਨਹਿ ਪਾਏ ਕੋ ਹਾਣ ਕੋ। ਸੋ ਦੋਨੋਂ ਬੜੇ ਕ੍ਰੋਧ ਦੇ ਨਾਲ ਲੜਦੇ ਆ, ਕੋਈ ਨਹੀਂ ਡਿੱਗ ਰਿਹਾ। ਲਾਗਤ ਚਪੇਟ ਭਈ ਭਿੜਨੇ ਕੀ ਭੇਟ ਲਖ। ਸੋ ਇਸ ਤਰ੍ਹਾਂ ਚਪੇੜਾਂ ਮਾਰਦੇ ਆ। ਚਪੇੜਾ ਜਦੋਂ ਮਾਰੀਆਂ ਇੱਕ ਦੂਜੇ ਦੇ, ਮੰਨ ਲਓ ਕਿ ਲੜਾਈ ਦੀ ਇਹ ਭੇਟਾ ਦਿੱਤੀ ਹੈ। ਸੁਬਟ ਸਹੇਟ ਮਨ ਕਰੈ ਅਭਿਮਾਨ ਕੋ। ਸੋ ਇਸ ਤਰ੍ਹਾਂ ਇਹ ਸੂਰਮੇ ਜਿਹੜੇ ਆ ਇੱਕ ਦੂਜੇ ਨੂੰ ਭੇਟਾ ਦੇ ਰਹੇ ਹਨ। ਲਾਤਨ ਕੋ ਮਾਰੈ ਮੁਖ ਬਚਨ ਉਚਾਰੈ ਨਹਿ। ਸੋ ਇੱਕ ਦੂਜੇ ਦੇ ਲੱਤਾਂ ਵੀ ਮਾਰਦੇ ਆ। ਸੋ ਸੁਬਟ ਸਹੇਟ ਕਰ ਮਨ ਕਰੈ ਅਭਿਮਾਨ ਕੋ। ਇਹ ਸੂਰਮੇ ਕਹਿੰਦੇ ਸਹੇਟ ਇਕੱਠੇ ਹੋ ਕਰਕੇ ਸੋ ਬੜਾ ਹੰਕਾਰ ਕਰ ਰਹੇ ਆ, ਇੱਕ ਦੂਜੇ ਨੂੰ ਲੱਤਾਂ ਮਾਰਦੇ ਆ, ਪਰ ਮੁਖ ਤੋਂ ਚੁੱਪ ਹਨ। ਦੁਰੇਈ ਲਰਤ ਹੈ ਮਰੋ ਰਤ ਹੈ ਪਾਣ ਕੋ। ਚੁੱਪ ਕਰਕੇ ਹੀ ਲੜਦੇ ਆ, ਲੁਕੇ ਹੋਏ ਲੜਦੇ ਆ ਛੁਪ ਕੇ ਹੀ। ਤੇ ਮਰੋਰਤ ਹੈ ਪਾਨ ਕੋ, ਇੱਕ ਦੂਜੇ ਦੇ ਹੱਥਾਂ ਨੂੰ ਮਰੋੜਦੇ ਹਨ। ਸਵਈਆ ਜਾਮ ਸੰਗਰਾਮ ਭਇਓ ਜਬ ਹੀ ਪਗ। ਸੋ ਇੱਕ ਪਹਿਰ ਕਹਿੰਦੇ ਜਦੋਂ ਇਹ ਲੜਾਈ ਹੋਈ ਹੈ। ਸੋ ਅਟਕਾਏ ਕੈ ਭੀਮ ਗਿਰਾਇਓ। ਪੈਰ ਅਟਕਾ ਕਰਕੇ ਭੀਮ ਸੈਨ ਨੇ ਇਹਨੂੰ ਸੁੱਟ ਦਿੱਤਾ ਠੇਡਾ ਲਾ ਕੇ। ਕ੍ਰੀਚਕ ਉਪਰ ਤਾ ਚੜਕੈ। ਔਰ ਕ੍ਰੀਚਕ ਦੇ ਉੱਪਰ ਚੜ ਕੇ ਬੈਠ ਗਿਆ। ਬਹੁ ਗੋਡਣ ਮਾਰ ਕੇ ਭੂਮ ਗਿਰਾਇਓ। ਬਹੁਤੇ ਗੋਡਿਆਂ ਦੀ ਮਾਰ ਮਾਰ ਕੇ ਇਹਨੂੰ ਧਰਤੀ ਤੇ ਸੁੱਟਿਆ ਹੈ। ਦਾਉ ਬਚਾਏ ਉਬੈ ਪਗ ਭੀਮ ਨੇ। ਔਰ ਫਿਰ ਦਾ ਬਚਾ ਕਰਕੇ ਦੋਨੋਂ ਪੈਰ ਚੁੱਕ ਕੇ ਤਾ ਛਤਿਆ ਪਰ ਹਾਰ ਲਗਾਇਓ। ਭੀਮ ਸੈਨ ਨੇ ਕ੍ਰੀਚਕ ਦੀ ਛਾਤੀ 'ਚ ਵਾਰ ਕੀਤਾ ਹੈ। ਚੋਟ ਲਗੇ ਨਾ ਸੰਭਾਰ ਰਹੀ। ਇਸ ਤਰ੍ਹਾਂ ਜਦੋਂ ਇਹਨੂੰ ਚੋਟ ਲੱਗੀ ਸੰਭਲਿਆ ਨਹੀਂ ਗਿਆ। ਗਿਰ ਗਾਜਨ ਪੌਣ ਨੇ ਰੂਖ ਗਿਰਾਇਓ। ਕਵੀ ਜੀ ਕਹਿੰਦੇ ਡਿੱਗ ਪਿਆ, ਮੰਨ ਲਓ ਹਵਾ ਨੇ ਹਨੇਰੀ ਨੇ ਦਰਖਤ ਸੁੱਟਿਆ ਹੋਵੇ। ਭੀਮ ਚੜਾ ਤੇ ਉੱਪਰ ਕ੍ਰੋਧ ਕੈ। ਬਹੁਤੇ ਕ੍ਰੋਧ ਦੇ ਨਾਲ ਭੀਮ ਸੈਨ ਦੇ ਉੱਪਰ ਚੜ ਗਿਆ। ਹਾਥ ਗਹਿਓ ਸੋ ਮਰੋਰ ਕੈ ਡਾਰਾ। ਸੋ ਇਸ ਤਰ੍ਹਾਂ ਇਹਨੂੰ ਸੁੱਟ ਕੇ ਤੇ ਇਹਦਾ ਹੱਥ ਉੱਪਰ ਚੜ ਕੇ ਹੱਥ ਮਰੋੜ ਦਿੱਤਾ ਹੈ। ਹੀਨ ਭਇਓ ਬਲ ਦੇਖਤ ਹੈ ਭੁਜ। ਸੋ ਹੱਥ ਇੱਕ ਤੋੜ ਦਿੱਤਾ, ਛੀਣ ਹੋ ਗਿਆ ਇਹਦਾ ਬਲ। ਦੂਸਰ ਜੋ ਉਰ ਤੇਜ ਸੋ ਉਖਾਰਾ। ਦੂਜਾ ਅੜਾ ਉਹਨੂੰ ਮੋਢੇ ਤੋਂ ਹੀ ਪੁੱਟ ਦਿੱਤਾ ਹੈ, ਮੋਢੇ ਤੋਂ ਬਾਂਹ ਤੋੜ ਦਿੱਤੀ ਹੈ। ਮੂੰਡ ਮਰੋਰ ਲਿਓ ਪੁਨ ਤਾਹੇ ਕੋ। ਫਿਰ ਇਹਦਾ ਸਿਰ ਜੋ ਹੈ ਉਹ ਵੀ ਤੋੜ ਸੁੱਟਿਆ ਹੈ। ਦੀਨ ਟਿਕਾਏ ਸੋ ਛਾਤੀ ਮਝਾਰਾ। ਬਾਹਾਂ ਦੋਵੇਂ ਤੋੜ ਕਰਕੇ ਮੁੱਢ ਤੋਂ ਪੁੱਟ ਕੇ ਇਸੇ ਤਰ੍ਹਾਂ ਸਿਰ ਨੂੰ ਵੀ ਗਰਦਨ ਮਰੋੜ ਕੇ ਲਾ ਦਿੱਤਾ ਹੈ, ਜਿਵੇਂ ਮੁਰਗੇ ਦਾ ਮਰੋੜ ਦਿੰਦੇ ਆ। ਸੋ ਇਹੋ ਜਿਹਾ ਇਸ ਪ੍ਰਕਾਰ ਨਾਲ ਸਿਰ ਨੂੰ ਵੀ ਔਰ ਬਾਹਾਂ ਨੂੰ ਵੀ ਇਹਦੀ ਪੇਟ ਦੇ ਵਿੱਚ ਹੀ ਢੱਕ ਦਿੱਤਾ ਹੈ। ਹਾਥ ਦੋ ਪਗ ਤੋੜ ਭਲੀ ਬਿਦ। ਦੋਨੋਂ ਹੱਥ ਤੇ ਪੈਰ ਤੋੜ ਕਰਕੇ ਚੰਗੀ ਤਰ੍ਹਾਂ ਪੇਟ ਮੈਂ ਪਾਏ ਕੇ ਨੀਕੇ ਸਵਾਰਾ। ਇਹਦੇ ਪੇਟ ਵਿੱਚ ਧਸ ਦਿੱਤੇ ਚੰਗੀ ਤਰ੍ਹਾਂ ਸਵਾਰ ਕੇ। ਦੋਹਰਾ ਕਰ ਕੁਲਾਲ ਕੇ ਚਾਕ ਸਮ। ਜੋਸ਼ ਤੀਰ ਚਟ ਸਾਰ। ਕਹਿੰਦੇ ਘੁਮਿਆਰ ਦੇ ਚੱਕ ਵਰਗਾ ਬਣਾ ਕੇ ਨਾ ਇਹਨੂੰ ਗੋਲ ਜਾ ਕਰਤਾ। ਸੋ ਉਸ ਵੇਲੇ ਜੋ ਚਾਟਸ਼ਾਲਾ ਦਾ ਸ਼ਤੀਰ ਸੀ ਛੱਤ ਦਾ, ਦੇਹ ਕੋ ਸਿਰੋ ਉਠਾਏ ਕੈ ਦੀਨ ਤਸਾਏ ਮਝਾਰ। ਉਹਨੂੰ ਆਪਣੇ ਸਿਰ ਦੇ ਨਾਲ ਚੁੱਕ ਕੇ ਤੇ ਉਹਦੇ ਵਿੱਚ ਰੱਖ ਦਿੱਤਾ ਹੈ। ਸਵਈਆ ਚਾਰ ਘਟੀ
ਚਾਰ ਘੜੀ ਜਬ ਰਹਿਣ ਰਹੀ ਤਬ। ਜਦੋਂ 4 ਘੜੀਆਂ ਰਾਤ ਰਹਿ ਗਈ ਹੈ, ਭੀਮ ਗਇਓ ਆਪਣੇ ਕਰ ਮਾਹੀ। ਆਪਣੇ ਘਰ ਵਿੱਚ ਭੀਮ ਸੈਨ ਚਲਾ ਗਿਆ। ਦੇਹ ਭਇਓ ਸ਼ਰਮ ਸੋਏ ਰਹਿਓ। ਹੁਣ ਲੜਦਾ ਹੋਇਆ ਬਹੁਤਾ ਥੱਕਿਆ ਸੀ, ਸੁੱਤਾ ਰਿਹਾ ਹੈ। ਪੁਰ ਪੀਚ ਲਖੀ ਕਿਨਹੂ ਸੁਧ ਨਾਹੀ। ਸੋ ਨਗਰ ਵਿੱਚ ਕਿਸੇ ਨੇ ਵੀ ਇਸ ਖਬਰ ਨੂੰ ਨਹੀਂ ਜਾਣਿਆ ਕਿ ਕ੍ਰੀਚਕ ਨਾਲ ਕੀ ਬਣਿਆ। ਭੋਰ ਭਈ ਸਭ ਲੋਕ ਉਠੇ ਪਿਖ। ਜਦੋਂ ਦਿਨ ਚੜ੍ਹਿਆ, ਸਾਰੇ ਲੋਕ ਉੱਠੇ ਹਨ ਔਰ ਵੇਖਿਆ ਕ੍ਰੀਚਕ ਪਾਏ ਨਾ ਧਾਮ ਜਹਾਹੀ। ਜਿੱਥੇ ਕ੍ਰੀਚਕ ਦਾ ਘਰ ਹੈ ਉੱਥੇ ਦਿਸਦਾ ਨਹੀਂ ਹੈ। ਹੋਏ ਹਿਰਦੈ ਬਿਸਮੈ ਸਭ ਹੀ ਤਬ। ਸਾਰੇ ਹੈਰਾਨ ਹੋ ਕਰਕੇ ਹਿਰਦੇ ਵਿੱਚ ਖੋਜਣ ਕੀਨ ਭਲੀ ਬਿਦ ਤਾਹੀ। ਸੋ ਕ੍ਰੀਚਕ ਨੂੰ ਲੱਭਣਾ ਕਰਦੇ ਆ ਚੰਗੀ ਤਰ੍ਹਾਂ। ਰੌਰ ਪਰਾ ਸਗਰੇ ਪੁਰ ਮੈਂ। ਸਾਰੇ ਨਗਰ ਦੇ ਵਿੱਚ ਰੌਲਾ ਪੈ ਗਿਆ ਹੈ। ਨਹਿ ਕ੍ਰੀਚਕ ਪਾਵਤ ਹੈ ਕਿਹ ਥਾਈ। ਕਿ ਕ੍ਰੀਚਕ ਕਿਸੇ ਥਾਂ ਨਹੀਂ ਲੱਭਦਾ। ਦੇਖਿਓ ਤਬੈ ਚਟਸਾਰ ਮਝਾਰ। ਉਸ ਵੇਲੇ ਵੇਖਿਆ ਕਿ ਚਾਟਸ਼ਾਲਾ ਦੇ ਵਿੱਚ ਮਿਲਿਆ ਲੱਭਦਿਆਂ ਹੋਇਆਂ। ਕੁਲਾਲ ਕੇ ਚਾਕ ਸਮਾਨ ਬਣਾਈ। ਘੁਮਿਆਰ ਦੇ ਚੱਕ ਵਰਗਾ ਬਣਾ ਕੇ ਰੱਖਿਆ ਹੈ। ਆਨਨ ਦੇਖ ਪਛਾਨਤ ਭੇ। ਚਿਹਰਾ ਜੋ ਸੀ ਉਹਨੂੰ ਵੇਖ ਕੇ ਪਛਾਣਿਆ ਹੈ। ਸਿਰ ਤੋੜ ਜੋ ਪੇਟ ਕੇ ਮਾਹੇ ਟਿਕਾਈ। ਸਿਰ ਜੋ ਤੋੜ ਕਰਕੇ ਤੇ ਪੇਟ ਵਿੱਚ ਟਿਕਾ ਦਿੱਤਾ ਸੀ, ਉਸ ਚਿਹਰੇ ਤੋਂ ਵੇਖਣਾ ਕੀਤਾ ਹੈ। ਹਾਥ ਨਾ ਪਾਵਨਾ ਪਾਵਤ ਹੈ। ਚਿਹਰੇ ਤੋਂ ਪਛਾਣਿਆ ਕਿ ਕ੍ਰੀਚਕ ਹੈ, ਬਾਕੀ ਇਹਦੇ ਹੱਥ ਪੈਰ ਕੁਝ ਨਹੀਂ ਲੱਭਦਾ। ਬਿਸਮਾਦ ਭਏ ਸਭ ਜਾਣਿਓ ਨਾ ਜਾਈ। ਸਾਰੇ ਹੈਰਾਨ ਹੋ ਗਏ, ਕੁਝ ਜਾਣਿਆ ਨਹੀਂ ਜਾਂਦਾ। ਕੌਨੇ ਹਤਿਓ ਯਹ ਹੋ ਤੋ ਬਲੀ। ਕੇਸ ਨੇ ਮਾਰ ਦਿੱਤਾ, ਇਹ ਤਾਂ ਬਹੁਤ ਬਲ ਵਾਲਾ ਸੀ। ਆਯੁਧ ਕੋ ਛਤ ਲਾਗਿਓ ਨਾ ਕੋ। ਔਰ ਸ਼ਸਤਰ ਦਾ ਕੋਈ ਇਹਦੇ ਜ਼ਖਮ ਨਹੀਂ ਲੱਗਿਆ ਹੈ। ਫੇਰ ਵਿਚਾਰ ਕੀਓ ਸਭ ਨੇ। ਫਿਰ ਸੋਚਦਿਆਂ ਹੋਇਆ ਸਾਰਿਆਂ ਵਿਚਾਰ ਕੀਤੀ ਹੈ। ਕਹੀ ਸਿੰਦਰੀ ਬਾਨੀ ਭਈ ਸੱਚ ਸੋ। ਕਹਿਣ ਲੱਗੇ ਉਹ ਜੋ ਗੋਲੀ ਹੈ ਨਾ, ਉਹਦੀ ਕਹੀ ਹੋਈ ਸੱਚੀ ਹੋ ਗਈ ਹੈ। ਗੰਧਰਵ ਤਾਂ ਕੇ ਹੁਤੇ ਰਖਵਾਰ। ਉਹਦੇ ਗੰਧਰਵ ਰਾਖੇ ਸਨ। ਅਵਗਿਆ ਬਿਲੋਕ ਕਹਿ ਮਾਰ ਦਿਓ। ਉਹਨਾਂ ਨੇ ਅਵਗਿਆ ਵੇਖ ਕੇ ਸਿੰਦਰੀ ਦੀ ਤੇ ਮਾਰ ਦਿੱਤਾ ਇਸ ਨੂੰ। ਜੋਧ ਲੜੈ ਤਾਂ ਲਗੈ ਅੰਗ ਅਯੁੱਧ। ਜੇ ਕੋਈ ਯੋਧਾ ਇਹਦੇ ਨਾਲ ਲੜਦਾ ਤੇ ਸ਼ਸਤਰ ਦੇ ਜ਼ਖਮ ਲੱਗਣੇ ਸਨ। ਐਸੇ ਬਣਾਏ ਕਹੈ ਮਿਲ ਸੋ। ਇਸ ਤਰ੍ਹਾਂ ਬਣਾ ਕੇ ਸਾਰੇ ਮਿਲ ਕੇ ਕਹਿਣ ਲੱਗੇ, ਦੋਹਰਾ ਭਰਾਤ ਹੁਤੇ ਸਤ ਤਾਹੇ ਕੇ। ਕਰਹਿ ਬਿਰਲਾਪ ਪੁਕਾਰ। ਇਹ ਕ੍ਰੀਚਕ ਦੇ ਕਹਿੰਦੇ 100 ਭਰਾ ਸਨ, ਉਹ ਸਾਰੇ ਬੜਾ ਵਿਰਲਾਪ ਕਰਦੇ ਆ। ਭੂਖਣ ਯੁੱਧ ਸ਼ਿੰਗਾਰ ਖਵੈ ਪੀਟਤ ਕਰ ਮੁਖ ਨਾਰ। ਔਰ ਇਹਦੀਆਂ ਘਰ ਵਾਲੀਆਂ ਜੋ ਲਾ ਕਰਕੇ ਗਹਿਣਿਆਂ ਨੂੰ ਸ਼ਿੰਗਾਰਾਂ ਨੂੰ ਬਹੁਤ ਪਿੱਟਦੀਆਂ ਹਨ। ਚੌਪਈ ਸ਼ੋਰ ਪਰਾ ਸਗਰੇ ਪੁਰ ਬੀਚੂ। ਸਾਰੇ ਨਗਰ ਵਿੱਚ ਸ਼ੋਰ ਮਚ ਗਿਆ ਹੈ। ਸੁਣ ਸੁਣ ਆਏ ਊਚ ਅਰ ਨੀਚੂ। ਉੱਚੇ ਨੀਵੇਂ ਸਾਰੇ ਗਰੀਬ ਅਮੀਰ ਸੁਣ ਸੁਣ ਕੇ ਆਏ ਹਨ। ਸੁਸਾ ਬਿਲੋਕਤ ਚਕਰਿਤ ਹੋਈ। ਇਹਦੀ ਭੈਣ ਵੇਖ ਕਰਕੇ ਬੜੀ ਹੈਰਾਨ ਹੋਈ ਹੈ। ਗੁਣ ਗਣ ਵਰਣਨ ਕਰ ਕੈ ਰੋਈ। ਬਹੁਤੇ ਗੁਣ ਵਰਣਨ ਕਰਕੇ ਰੋਂਦੀ ਹੈ। ਨਰਿਪ ਰੋਇਓ ਜਬ ਮ੍ਰਿਤਕ ਦੇਖਾ। ਰਾਜੇ ਨੇ ਜਦੋਂ ਮ੍ਰਿਤਕ ਨੂੰ ਵੇਖਿਆ ਬਹੁਤ ਰੋਇਆ ਹੈ। ਭਇਓ ਨਾਰ ਕੋ ਬ੍ਰਿੰਦ ਵਿਸ਼ੇਖਾ। ਇਹਦੀਆਂ ਘਰ ਵਾਲੀਆਂ ਨੂੰ ਵੀ ਬਹੁਤਾ ਸ਼ੋਕ ਹੋਇਆ ਹੈ। ਭਰਾਤ ਦੁਸ਼ਟ ਕੇ ਕੁਮਤ ਵਿਚਾਰੀ। ਸੋ ਇਹ ਦੁਸ਼ਟ ਦੇ ਭਰਾਵਾਂ ਨੇ ਖੋਟੀ ਮਤ ਵਿਚਾਰੀ ਹੈ। ਕਾਰਨ ਮਰਨ ਸੁੰਦਰੀ ਨਾਰੀ। ਕਹਿਣ ਲੱਗੇ ਸਾਡੇ ਭਰਾ ਦੇ ਮਰਨ ਦਾ ਕਾਰਨ ਉਹ ਜੋ ਗੋਲੀ ਹੀ ਹੈ। ਦੇਖ ਕੋ ਜਾ ਰਹੇਗੇ ਇਸ ਸਾਥਾ। ਉਸ ਗੋਲੀ ਨੂੰ ਇਹਦੇ ਨਾਲ ਹੀ ਸਾੜਾਂਗੇ। ਕਹਿ ਅਸ ਗਹਿਓ ਦ੍ਰੋਪਦੀ ਹਾਥਾ। ਇਸ ਤਰ੍ਹਾਂ ਕਹਿ ਕੇ ਦ੍ਰੋਪਦੀ ਦਾ ਹੱਥ ਪਕੜ ਲਿਆ ਹੈ। ਵਹਿਰ ਨਗਰ ਤੇ ਚਿਖਾ ਬਣਾਈ। ਨਗਰ ਤੋਂ ਬਾਹਰ ਚਿਖਾ ਬਣਾਈ ਸਾੜਨ ਵਾਸਤੇ। ਬਹੁ ਨਰ ਤੇ ਕੋ ਲੀਨ ਉਚਾਈ। ਬਹੁਤ ਮਨੁੱਖਾਂ ਨੇ ਇਹਨੂੰ ਚੁੱਕ ਲਿਆ ਹੈ ਕ੍ਰੀਚਕ ਨੂੰ। ਬਿਨ ਰੱਖਿਅਕ ਗਹਿ ਕਰ ਤੇ ਹਾਥਾ। ਸੋ ਬਿਨਾਂ ਰੱਖਿਆ ਤੋਂ ਇਹਦਾ ਹੱਥ ਪਕੜ ਲਿਆ ਦ੍ਰੋਪਦੀ ਦਾ। ਗਮਣੇ ਲੋਕ ਲਿਏ ਤੇ ਸਾਥਾ। ਸਾਰੇ ਲੋਕ ਇਹਨਾਂ ਦੇ ਨਾਲ ਜਾ ਰਹੇ ਹਨ। ਝੀਨ ਚੀਰ ਮੈਂ ਝਲਕੈ ਦੇਹੀ। ਦੀਪ ਸ਼ਿਖਾ ਮਦ ਦਰਪਣ ਜੇਹੀ। ਨਾ ਬਰਮਾਵਲ ਉਪਮਾ ਭਾਰੀ।
ਮਨਹੁ ਮੇਰ ਪਰ ਜਮਨਾ ਵਾਰੀ, ਲੋਕ ਵੀ ਲੋਕ ਹੈ ਗਿਰਾ ਅਲਾਈ। ਸੋ ਇਸ ਪ੍ਰਕਾਰ ਇਹਦੇ ਸੁੰਦਰਤਾ ਵਰਣਨ ਕੀਤੀ ਹੈ। ਲੋਕ ਵੇਖ ਕਰਕੇ ਕਹਿ ਰਹੇ ਹਨ, ਬਿਨ ਅਪਰਾਧ ਤਿਤ ਹੋ ਸ਼ੁਰਵਾਈ। ਕਹਿਣ ਲੱਗੇ ਤਾਂ ਬਿਨਾਂ ਅਪਰਾਧ ਤੋਂ ਇਹਨੂੰ ਛੁਟਾ ਦਿਓ। ਕੋਏ ਨਾ ਮੰਨ ਹੈ ਕਿਸ ਕੋ ਕਹਿਨੋ, ਪਰ ਕੋਈ ਵੀ ਕਿਸੇ ਦਾ ਕਿਹਾ ਨਹੀਂ ਮੰਨ ਰਿਹਾ। ਕ੍ਰੀਚਕ ਮਰਨ ਸ਼ੋਕ ਕੇ ਦਹਿਨੋ, ਕਿਉਂਕਿ ਕ੍ਰੀਚਕ ਦੇ ਮਰਨ ਦਾ ਸ਼ੋਕ ਸਾਰਿਆਂ ਨੂੰ ਸਾੜ ਰਿਹਾ ਹੈ। ਬਿਲਪ ਹੈ ਬਹੁਤ ਮਿਲੇ ਨਰ ਨਾਰੀ, ਬਹੁਤ ਇਸਤਰੀਆਂ ਪੁਰਖ ਮਿਲ ਕੇ ਵਿਲਾਪ ਕਰਦੇ ਆ। ਭਇਓ ਦ੍ਰੋਪਦੀ ਕੋ ਦੁਖ ਭਾਰੀ, ਦ੍ਰੋਪਦੀ ਨੂੰ ਜਦੋਂ ਪਕੜ ਕੇ ਲੈ ਗਏ ਬੜਾ ਦੁੱਖ ਹੋਇਆ ਹੈ। ਕਹੇ ਹਾਥ ਤੇ ਵਿਆਕੁਲ ਹੋਈ, ਹੱਥ ਪਕੜਨ ਤੋਂ ਬਹੁਤੀ ਵਿਆਹੁਤ ਵਿਆਕੁਲ ਹੋਈ ਹੈ। ਰਖਿਅਕ ਦੇਖਿਓ ਨਿਕਟ ਨਾ ਕੋਈ, ਹੁਣ ਰੱਖਿਆ ਕਰਨ ਵਾਲਾ ਕੋਈ ਵੀ ਨੇੜੇ ਨਹੀਂ ਦਿਸਦਾ। ਰੋਦਨ ਕਰਤ ਨੈਣ ਚਲਕਾਹੀ, ਸੋ ਰੋਂਦੀ ਹੋਈ ਸੋ ਨੇਤਰਾਂ ਨੂੰ ਝਲਕਾ ਰਹੀ ਹੈ। ਮਨਹੁ ਮੀਣ ਦੈ ਜਲ ਕੇ ਮਾਹੀ, ਕਹਿੰਦੇ ਮੰਨ ਲਓ ਕਿ ਦੋ ਮਾਛੀ ਜਲ ਦੇ ਵਿੱਚ ਹਨ। ਸੂਕੇ ਅਦਰ ਬੋਲ ਨਹਿ ਆਵਤ, ਇਸ ਤਰ੍ਹਾਂ ਬਹੁਤ ਹੀ ਪੈਸਾ ਹੋਈ ਹੈ। ਬਿਥਰੇ ਕੇਸ ਤਰਾਸ ਬਹੁ ਪਾਵਤ, ਕੋਈ ਬੋਲ ਨਹੀਂ ਆਉਂਦਾ, ਬੁੱਲ ਸੁੱਕ ਗਿਆ, ਕੇਸ ਜਿਹੜੇ ਆ ਉਹ ਖਿਲਰੇ ਪਏ ਹਨ। ਸੁਧ ਨਾ ਸੰਭਾਰਨ ਸੀਸ ਪਿਸ਼ੋਰੀ, ਇਸ ਪ੍ਰਕਾਰ ਨਾਲ ਕਹਿਣ ਲੱਗੇ ਸੋ ਕੋਈ ਵੀ ਸੰਭਾਲ ਨਹੀਂ ਹੈ ਸੰਭਾਲਣ ਦੀ। ਗਮਨੇ ਸਰਬ ਭੀਮ ਗ੍ਰਹਿ ਓਰੀ, ਇਹ ਸਾਰੇ ਦ੍ਰੋਪਦੀ ਨੂੰ ਪਕੜ ਕੇ ਭੀਮ ਦੇ ਘਰ ਦੇ ਨੇੜਿਓਂ ਲੈ ਕੇ ਜਾ ਰਹੇ ਆ। ਸੁਣਿਓ ਸ਼੍ਰੋਣ ਮਹਿ ਸ਼ੋਰ ਵਿਸਾਲਾ, ਸੋ ਉਸ ਸਮੇਂ ਬਹੁਤ ਸ਼ੋਰ ਮਚਿਆ ਜੋ ਸੁਣਿਆ ਹੈ ਭੀਮ ਸੈਨ ਨੇ ਕੰਨੀ। ਉਠਿਓ ਨੀਂਦ ਤਜ ਕਰ ਤਿਹ ਕਾਲਾ, ਸੋ ਇਸ ਤਰ੍ਹਾਂ ਆਪਣੀ ਨੀਂਦ ਨੂੰ ਛੱਡ ਕੇ ਉਸ ਵੇਲੇ ਉੱਠਿਆ ਹੈ। ਦੇਖ ਪਚਾਲੀ ਕੋ ਅਕੁਲਾਵਾ, ਪੰਚਾਲੀ ਨੂੰ ਵੇਖ ਕੇ ਬੜਾ ਦੁਖੀ ਹੋਇਆ ਹੈ। ਜਿਹ ਕੋ ਬਦਨ ਕਮਲ ਕੁਮਲਾਵਾ, ਜਿਸ ਦ੍ਰੋਪਦੀ ਦਾ ਚਿਹਰਾ ਜੋ ਕਮਲਾਇਆ ਸੀ। ਨੈਣ ਸੈਣ ਦੀਨੀ ਸਮਝਾਈ, ਭੀਮ ਸੈਨ ਨੇ ਆਪਣੇ ਨੇਤਰਾਂ ਦੇ ਇਸ਼ਾਰੇ ਨਾਲ ਸਮਝਾ ਦਿੱਤਾ ਮੈਂ ਆਵੋ ਤਬ ਕਰੋ ਸਹਾਈ, ਕਿ ਮੈਂ ਆ ਕੇ ਤੇਰੀ ਸਹਾਇਤਾ ਕਰਾਂਗਾ। ਕੁਛ ਕ ਦ੍ਰੋਪਦੀ ਧੀਰਜ ਧਰਿਓ, ਇਹ ਵੇਖ ਕੇ ਦ੍ਰੋਪਦੀ ਨੇ ਕੁਝ ਕੁ ਧੀਰਜ ਧਾਰਿਆ ਹੈ। ਬਹਿਤ ਨਦੀ ਜਨ ਹਾਥ ਪਕਰਿਓ, ਮੰਨ ਲਓ ਕਿ ਨਦੀ 'ਚ ਰੁੜਦੀ ਜਾਂਦੀ ਨੂੰ ਕਿਸੇ ਨੇ ਹੱਥ ਪਕੜ ਲਿਆ ਹੈ। ਚਿਤਾ ਹੁਤੀ ਜਹ ਗਮਨੇ ਸਭ ਹੀ, ਜਿੱਥੇ ਚਿਤਾ ਸੀ ਉਧਰ ਸਾਰੇ ਜਾ ਪਹੁੰਚੇ ਆ। ਬੜੋ ਬਰਿੰਦ ਭਾ ਲੋਕਨ ਤਬ ਹੀ, ਬਹੁਤ ਇਕੱਠ ਹੋਇਆ ਲੋਕਾਂ ਦਾ ਤਦੋਂ। ਭੀਮ ਸੈਨ ਕਰ ਵੇਖ ਕੁਡਾਲੀ, ਭੀਮ ਸੈਨ ਨੇ ਆਪਣਾ ਹੋਰ ਤਰ੍ਹਾਂ ਦਾ ਵੇਸ਼ ਧਾਰ ਲਿਆ ਹੈ। ਫਾਂਦਿਓ ਕੋਟ ਮਾਰ ਕਰ ਛਾਲੀ, ਸੋ ਇਸ ਤਰ੍ਹਾਂ ਚਿੱਕੜ ਚ ਲਿਬੜ ਕੇ ਹੋਰ ਤਰ੍ਹਾਂ ਦਾ ਭੇਸ ਬਣਾ ਕੇ ਇਹਨੇ ਛਾਲ ਮਾਰੀ ਤੇ ਕਿਲੇ ਦੀ ਕੰਧ ਟੱਪ ਗਿਆ ਹੈ। ਗਇਓ ਵਿਸਾਲ ਉਜਾਰ ਮਝਾਰਾ, ਬਹੁਤ ਵੱਡੀ ਉਜਾੜ ਦੇ ਵਿੱਚ ਗਿਆ ਹੈ। ਛੁਛਕ ਬਿਰਖ ਇੱਕ ਹਾਥ ਉਖਾਰਾ, ਉਥੇ ਦਰਖਤ ਇੱਕ ਸੁੱਕਾ ਆਪਣੇ ਹੱਥ ਨਾਲ ਪੁੱਟ ਲਿਆ ਹੈ। ਕ੍ਰੋਧ ਧਾਰ ਕਰ ਮੁਰਿਓ ਬਹੋਰੀ, ਬਹੁਤ ਗੁੱਸਾ ਧਾਰ ਕੇ ਮੁੜਿਆ ਹੈ। ਆਇਓ ਤੁਰਤ ਹੁਤੇ ਜਿਹ ਠੌਰੀ, ਜਿਸ ਥਾਂ ਤੇ ਸਾਰਾ ਇਕੱਠ ਸੀ ਆਇਆ ਹੈ। ਦਾਰੁਣ ਵੇਖ ਅਰਨ ਕੋ ਮਾਰਨ, ਸੋ ਵੈਰੀਆਂ ਨੂੰ ਮਾਰਨ ਵਾਸਤੇ ਭਿਆਨਕ ਭੇਸ ਧਾਰਿਆ ਹੈ। ਪੰਚਾਲੀ ਕੇ ਪ੍ਰਾਨ ਉਬਾਰਨ, ਆਪਣੀ ਪੰਚਾਲੀ ਘਰਵਾਲੀ ਦੇ ਪੰਜਾਂ ਦੇ ਘਰਵਾਲੀ ਦੇ ਦ੍ਰੋਪਦੀ ਦੇ ਸੋ ਪ੍ਰਾਣ ਬਚਾਉਣ ਲਈ ਜਾਏ ਸਮੀਪੰ ਦੀਨ ਦਿਖਾਈ, ਜਾ ਕੇ ਨੇੜੇ ਦਿਖਾਈ ਦਿੱਤੀ ਹੈ। ਦ੍ਰੋਪਦੀ ਉੱਚੀ ਗਿਰਾ ਅਲਾਈ, ਇਹ ਕਰਕੇ ਦ੍ਰੋਪਦੀ ਉੱਚੀ ਕਹਿਣ ਲੱਗੀ ਗੰਧਰਬ ਜੋ ਮੇਰੋ ਰਖਵਾਰੀ, ਕਹਿੰਦੀ ਜੋ ਮੈਂ ਦੱਸਿਆ ਸੀ ਨਾ ਮੇਰੇ ਗੰਧਰਬ ਰਾਖੇ ਆ, ਸੋ ਆਇਓ ਤੁਮ ਲੇਹੋ ਨਿਹਾਰੀ। ਉਹ ਸਾਹਮਣੇ ਆ ਗਿਆ ਜੇ ਇੱਕ, ਵੇਖ ਲਓ ਤੁਸੀਂ ਹੁਣ। ਭਾਜ ਜਾਹੋ ਮੁਝ ਕੋ ਦੇਹੋ ਛੋਰੀ, ਜਾਓ ਮੈਨੂੰ ਛੱਡ ਕੇ ਭੱਜ ਜਾਓ ਹੁਣ। ਤੁਰ ਹਨੈ ਸਬਨ ਇਹ ਠੌਰੀ, ਨਹੀਂ ਤੇ ਤੁਹਾਨੂੰ ਸਾਰਿਆਂ ਨੂੰ ਇੱਥੇ ਮਾਰ ਦੇਗਾ। ਸੁਣ ਬਾਨੀ ਕੋ ਦੇਖਣ ਲਾਗੇ, ਸੁਣ ਕੇ ਸਾਰੇ ਉਧਰ ਵੇਖਣ ਲੱਗ ਪਏ। ਦਾਰੁਣ ਵੇਖ ਲਖਿਓ ਸਭ ਭਾਗੇ, ਭਿਆਨਕ ਭੇਸ ਵੇਖ ਕਰਕੇ ਸਾਰੇ ਭੱਜ ਗਏ। ਕੋ ਨਹਿ ਕਾਹੂ ਸੰਗ ਬੁਲਾਏ, ਕਿਸੇ ਨੇ ਆਪਣੇ ਨਾਲ ਸਾਥੀ ਨੂੰ ਨਹੀਂ ਬੁਲਾਇਆ। ਚਾਹਤ ਆਪਣੇ ਪ੍ਰਾਨ ਬਚਾਏ, ਆਪੋ ਆਪਣੇ ਪ੍ਰਾਣ ਬਚਾਉਣਾ ਚਾਹੁੰਦੇ ਆ। ਧਾਇਓ ਭੀਮ ਸੈਨ
ਸੈਣ ਰਿਸ ਭਾਰੀ। ਉਧਰ ਭੀਮ ਸੈਨ ਬਹੁਤੇ ਗੁੱਸੇ ਨਾਲ ਦੌੜਿਆ। ਘੇਰੇ ਸਭ ਹੀ ਜਾਏ ਅਗਾਰੀ। ਦੌੜੇ ਜਾਂਦਿਆਂ ਨੂੰ ਸਾਰਿਆਂ ਨੂੰ ਘੇਰ ਲਿਆ ਅੱਗੋਂ। ਸਹਿਸ ਭਰਾਤ ਕੁਛ ਭਟਨ ਸਮੇਤਾ। 100 ਭਰਾ ਕ੍ਰੀਚਕ ਦੇ ਕੁਝ ਸੂਰਮਿਆਂ ਦੇ ਸਮੇਤ। ਤਬ ਸਨਮੁਖ ਆਏ ਰਣ ਹੇਤਾ। 100 ਭਰਾ ਤੇ ਸੂਰਮੇ ਸਾਹਮਣੇ ਆਏ ਜੰਗ ਕਰਨ। ਹਥਿਆਰਨ ਕੇ ਕਰਹਿ ਪ੍ਰਹਾਰਾ। ਹਥਿਆਰਾਂ ਦੇ ਵਾਰ ਕਰਦੇ ਆ। ਮਾਰੋ ਮਾਰੋ ਸਭਨ ਪੁਕਾਰਾ। ਸਾਰਿਆਂ ਨੇ ਮਾਰ ਲੋ ਪੁਕਾਰਿਆ ਉੱਚੀ। ਰਿਸਿਓ ਵਿਸ਼ਾਲ ਲਾਲ ਕਰ ਨੈਣਾ। ਉਸ ਵੇਲੇ ਭੀਮ ਸੈਨ ਬਹੁਤੇ ਗੁੱਸੇ ਚ ਆਇਆ, ਅੱਖਾਂ ਲਾਲ ਕਰਕੇ। ਮਾਰ ਬਿਰਖ ਪਠਿਏ ਜਮਨ ਐਨਾ। ਜਿੰਨੇ ਵੀ ਅੱਗੇ ਵਧੇ ਸੀ ਰੁੱਖ ਮਾਰਿਆ, ਦਰਖਤ ਔਰ ਜਮ ਦੇ ਘਰ ਪਹੁੰਚਾ ਦਿੱਤੇ ਹਨ। ਕ੍ਰੀਚਕ ਭਰਾਤ ਸਰਬ ਤਹਿ ਮਾਰੇ। ਇਸ ਤਰ੍ਹਾਂ ਦਰਖਤ ਦੀ ਮਾਰ ਮਾਰ ਕੇ ਸਾਰਿਆਂ ਨੂੰ, ਕ੍ਰੀਚਕ ਦੇ 100 ਭਰਾਵਾਂ ਨੂੰ ਜਮ ਘਰ ਪਹੁੰਚਾ ਦਿੱਤਾ ਹੈ। ਕੁਛਕ ਸੁਬਟ ਕੋ ਦੀਨ ਸੰਘਾਰੇ। ਇਸੇ ਤਰ੍ਹਾਂ ਕੁਝ ਸੂਰਮੇ ਵੀ ਮਾਰੇ ਹਨ ਸਿਪਾਹੀ। ਬਹੁ ਰੋ ਗਇਓ ਉਜਾਰ ਮੁਜਾਰਾ। ਫਿਰ ਉਜਾੜ ਦੇ ਵਿੱਚ ਚਲਾ ਗਿਆ। ਆਪਣੋ ਬੇਖ ਸਰਬ ਤਨ ਧਾਰਾ। ਔਰ ਆਪਣਾ ਪਹਿਲਾ ਹੀ ਸਾਰਾ ਰੂਪ ਧਾਰਨ ਬਣਾ ਲਿਆ ਹੈ। ਦਹਿਣ ਗਏ ਇੱਕ ਕ੍ਰੀਚਕ ਹੇਤਾ। ਕਹਿੰਦੇ ਇੱਕ ਕ੍ਰੀਚਕ ਨੂੰ ਸਾੜਨ ਗਏ ਸਨ। ਜਰਿਓ ਤਹਾਂ ਸਤ ਭਰਾਤ ਸਮੇਤਾ। ਉਹ ਕੱਲਾ ਨਹੀਂ ਸੜਿਆ, 100 ਭਰਾਵਾਂ ਦੇ ਸਮੇਤ ਸੜਿਆ ਹੈ। ਇਸ ਪ੍ਰਕਾਰ ਇਹ ਹੁਤੋ ਪ੍ਰਸੰਗਾ। ਇਸ ਤਰ੍ਹਾਂ ਇਹ ਪ੍ਰਸੰਗ ਸੀ। ਸਰੋਤਾ ਸੁਣੋ ਹਿਰਦੈ ਸਮੰਗਾ। ਇਹ ਸਰੋਤਾ ਜਨ ਹਿਰਦੇ ਵਿੱਚ ਉਮੰਗ ਉਤਸ਼ਾਹ ਦੇ ਨਾਲੇ ਸੁਣੋ। ਉਤੇ ਸਮਰੱਥ ਸਰਬ ਵਿਦ ਜੋਈ। ਵੇਖੋ ਜਿੱਡੇ ਵੀ ਸੰਸਾਰ ਵਿੱਚ ਜੋ ਸਮਰੱਥ ਸਨ ਸਾਰੀਆਂ ਵਿਧੀਆਂ ਨਾਲ, ਪਰ ਖੋਟੇ ਕਰਮ ਕਰਨ ਕਰਕੇ ਉਹਨਾਂ ਨੂੰ ਬੜੇ ਭਾਰੀ ਦੁੱਖ ਝੱਲਣੇ ਪਏ। ਸੋ ਇਹ ਇਸ ਪ੍ਰਸੰਗ ਦਾ ਨਿਚੋੜ ਜਾਣੋ। ਗਏ ਕੂਚ ਕਰ ਰਹਿਓ ਨਾ ਕੋਈ। ਔਰ ਵੱਡੇ ਵੱਡੇ ਭਾਵੇਂ ਬਲ ਵਾਲੇ ਸੀ ਸਾਰੇ ਆਖਰ ਨੂੰ ਚਲੇ ਗਏ, ਇੱਥੇ ਕੋਈ ਸਥਿਰ ਨਹੀਂ ਰਿਹਾ। ਜਿਨ ਕੋ ਗਿਆਨ ਭਇਓ ਉਰ ਮਾਹੀ। ਜਿਨ੍ਹਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਹੋ ਗਿਆ, ਆਤਮ ਗਿਆਨ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ, ਸਦਾ ਸੁਖੀ ਤਿਨ ਕੋ ਦੁਖ ਨਾਹੀ। ਉਹ ਸਦਾ ਸੁਖੀ ਹਨ, ਉਹਨਾਂ ਨੂੰ ਕੋਈ ਦੁੱਖ ਨਹੀਂ ਪ੍ਰਾਪਤ ਹੁੰਦਾ। ਸੋ ਇੱਥੇ ਇਹ ਪ੍ਰਸੰਗ ਪੂਰਾ ਹੋਇਆ ਹੈ। ਵਿਚਾਰ ਕਰਦਿਆਂ ਹੋਇਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅੱਗੇ ਤੋਂ ਸਮੱਤ ਬਖਸ਼ਣੀ। ਇਸ ਪ੍ਰਸੰਗ ਤੋਂ ਇਹ ਸਿੱਖਿਆ ਲੈਣੀ, ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸੋ ਜਿਸ ਪ੍ਰਕਾਰ ਦੇ ਨਾਲ ਦਸਮ ਗ੍ਰੰਥ ਵਿੱਚ ਵੀ ਵਚਨ ਕੀਤੇ ਆ ਕਿ ਪਰ ਇਸਤਰੀ ਦੇ ਵਾਸਤੇ ਵੇਖੋ ਰਾਵਣ ਨੇ ਆਪਣੇ 10 ਸਿਰ ਕਟਾ ਲਏ, ਔਰ ਇਸੇ ਤਰ੍ਹਾਂ ਇਹ ਕ੍ਰੀਚਕ 100 ਭਰਾਵਾਂ ਸਮੇਤ ਮਰ ਗਿਆ। ਸੋ ਗ੍ਰੰਥਾਂ ਦੇ ਵਿੱਚ ਵਰਣਨ ਹੈ। ਸੋ ਗੁਰੂ ਪਿਆਰਿਓ, ਇਸ ਕਰਕੇ ਸਿੱਖਿਆ ਲੈ ਕਰਕੇ ਸੋ ਧੰਨ ਗੁਰੂ ਗਰੀਬ ਨਿਵਾਸ ਜੀ ਦੀ ਜੋ ਦਸੀ ਰਹਿਤ ਮਰਜ਼ਾਦਾ ਉਹਦੇ ਵਿੱਚ ਕਾਇਮ ਰਹਿਣਾ ਚਾਹੀਦਾ ਹੈ, ਔਰ ਇਹ ਵਾਸ਼ਨਾਵਾਂ ਨੂੰ ਆਪਣੇ ਕਾਬੂ ਰੱਖਣਾ ਚਾਹੀਦਾ। ਆਓ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਦਿਆਂ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਉਤੇ ਸਮਰੱਥ ਸਰਬ ਵਿਦ ਜੋਈ। ਗਏ ਕੂਚ ਕਰ ਰਹਿਓ ਨਾ ਕੋਈ। ਜਿਨ ਕੋ ਗਿਆਨ ਭਇਓ ਉਰ ਮਾਹੀ। ਸਦਾ ਸੁਖੀ ਤਿਨ ਕੋ ਦੁਖ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।